ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਾਡੇ ਪਲੇਟਫਾਰਮ ਪਟਿਆਲਾ ਕਲਾਸਿਸ 'ਤੇ। ਸੋ ਸਭ ਤੋਂ ਪਹਿਲਾਂ ਕੁਛ ਚੀਜ਼ਾਂ ਜਾਂ ਕੁਛ ਪੁਆਇੰਟਸ ਨੇ ਜਿਹੜੇ ਮੈਂ ਤੁਹਾਡੇ ਨਾਲ ਡਿਸਕਸ ਕਰਨਾ ਚਾਹੁੰਦਾ ਕਿ ਪੰਜਾਬੀ 'ਚ ਜਦੋਂ ਵੀ ਅਸੀਂ ਗੱਲ ਕਰਦੇ ਹਾਂ ਕਿਸੇ ਵੀ ਤਿਆਰੀ ਨੂੰ ਕਰਨ ਦੀ, ਤਾਂ ਅਕਸਰ ਕੀ ਹੁੰਦਾ ਹੈ ਕਿ ਸਾਡੇ ਨਾਲ ਸਭ ਤੋਂ ਵੱਡੀ ਪ੍ਰੋਬਲਮ, ਮੈਂ ਕਿਸੇ ਇੰਸਟੀਟਿਊਟ ਦੁਆਰਾ ਕੀਤਾ ਗਿਆ ਧੋਖਾ ਤਾਂ ਨਹੀਂ ਕਹੂੰਗਾ ਯਾਰ ਇਹਨੂੰ, ਪਰ ਮੈਂ ਕਹੂੰਗਾ ਕਿ ਇੱਕ ਦਿੱਕਤ ਆ ਜਾਂਦੀ ਹੈ ਕਿ ਜਿਹੜੀ ਪੰਜਾਬੀ ਸਾਨੂੰ ਪੜ੍ਹਾਈ ਜਾਂਦੀ ਉਹ ਸਾਨੂੰ ਸਮਝ ਨਹੀਂ ਆਉਂਦੀ। ਕਿਉਂਕਿ ਅਕਸਰ ਜਦੋਂ ਅਸੀਂ ਪੰਜਾਬੀ ਮੀਡੀਅਮ 'ਚ 10ਵੀਂ ਤੱਕ ਪੜ੍ਹ ਕੇ ਗਏ ਹਾਂ, ਠੀਕ ਆ, ਜਿਹੜੇ ਸ਼ਬਦਾਂ ਦੀ ਅਸੀਂ ਉਮੀਦ ਕਰਦੇ ਹਾਂ ਕਿ ਪੜ੍ਹਾਉਣ ਵਾਲਾ ਸਾਨੂੰ ਉਵੇਂ ਪੜ੍ਹਾਊਗਾ ਜਿਵੇਂ ਸਾਡੇ ਸਰਕਾਰੀ ਸਕੂਲ ਵਾਲੇ ਮਾਸਟਰ ਨੇ ਪੜ੍ਹਾਇਆ ਸੀਗਾ, ਤਾਂ ਕਿਤੇ ਨਾ ਕਿਤੇ ਚੱਕਰ ਪੈ ਜਾਂਦਾ ਹੈ। ਸੋ ਮੇਰੀ ਇੱਕ ਕੋਸ਼ਿਸ਼ ਆ, ਸੋ ਆਹ ਇੱਕ ਸੀਰੀਜ਼ ਪੂਰੀ ਦੀ ਪੂਰੀ ਪੋਲਿਟੀ ਦੀ, ਇਹਨੂੰ ਲੈ ਕੇ ਮੈਂ ਇੱਕ ਗੱਲ ਦੱਸਦਾ, ਜਿਹੜਾ ਵੀ ਲੈਕਚਰ ਤੁਸੀਂ ਇੱਥੇ ਲਾਓਗੇ ਉਸ ਤੋਂ ਅਗਲਾ ਲੈਕਚਰ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ 'ਚ ਮਿਲਦਾ ਜਾਊਗਾ। ਲਾਈਨ ਵਾਈਜ਼ ਭਾਵੇਂ ਤੁਸੀਂ ਇੱਕੋ ਵਾਰ ਸਾਰੇ ਲੈਕਚਰ ਲਾ ਲਓ। ਅਤੇ ਇਹਦੇ 'ਚ ਸਭ ਤੋਂ ਇੰਪੋਰਟੈਂਟ ਗੱਲ ਕੀ ਆ ਕਿ ਪੰਜਾਬ ਦੇ ਜਿਹੜੇ ਹੁਣ ਪੇਪਰ ਹੋ ਰਹੇ ਆ, ਉਹਨਾਂ ਪੇਪਰਾਂ ਦੀ ਤਿਆਰੀ 'ਚ ਪੋਲਿਟੀ ਜਿੰਨੀ ਵੀ ਆਉਣੀ ਆ, ਸਾਡਾ ਸੰਵਿਧਾਨ ਕੌਂਸਟੀਟਿਊਸ਼ਨ ਜਿੰਨਾ ਵੀ ਆਉਣਾ ਹੈ, ਜਿਹੜਾ ਵੀ ਲੈਕਚਰ ਤੁਸੀਂ YouTube 'ਤੇ ਦੇਖੋਗੇ ਉਹਦੇ ਡਿਸਕ੍ਰਿਪਸ਼ਨ 'ਚ ਤੁਹਾਨੂੰ ਅਗਲਾ ਲੈਕਚਰ ਮਿਲਦਾ ਜਾਊਗਾ। ਉਹਦੇ ਅਗਲੀ ਵੀਡੀਓ ਪੂਰੀ ਕਰੋ, ਉਹਦੇ ਡਿਸਕ੍ਰਿਪਸ਼ਨ 'ਚ ਤੁਹਾਨੂੰ ਤੀਸਰਾ ਲੈਕਚਰ ਮਿਲੂਗਾ। ਉਹਦੀ ਵੀਡੀਓ ਪੂਰੀ ਕਰੋ, ਉਹਦੇ ਡਿਸਕ੍ਰਿਪਸ਼ਨ 'ਚ ਅਗਲਾ ਲੈਕਚਰ। ਇਸ ਤਰੀਕੇ ਨਾਲ ਬਣਾਏ ਗਏ ਆ ਕਿ ਇਹਨਾਂ ਨੂੰ ਪੰਜਾਬੀ ਮੀਡੀਅਮ 'ਚ ਰੱਖਿਆ ਗਿਆ ਹੈ। ਹਾਂ, ਜਿਹੜੇ ਵੀ ਟੈਲੀਗ੍ਰਾਮ ਚੈਨਲ 'ਤੇ ਪਹੁੰਚਣਗੇ ਉੱਥੇ ਅਸੀਂ ਇਹ ਕੋਸ਼ਿਸ਼ ਕੀਤੀ ਆ, ਜਾਂ ਅਸੀਂ ਇੱਕ ਐਫਰਟ ਕਰ ਰਹੇ ਹਾਂ ਕਿ ਇਹ ਤੁਹਾਨੂੰ ਜਿਹੜੀ ਸਟੱਡੀ ਮਟੀਰੀਅਲ ਅਸੀਂ ਇਹਦੇ ਨਾਲ ਜਿਵੇਂ ਵੀ ਪ੍ਰੋਵਾਈਡ ਕਰਾ ਸਕੇ, ਉਹਦੇ ਵਾਸਤੇ ਅਸੀਂ ਦੋਵੇਂ ਮੀਡੀਅਮ ਰੱਖੀਏ, ਪੰਜਾਬੀ ਅਤੇ ਇੰਗਲਿਸ਼। ਅਸੀਂ ਜੇ ਪੰਜਾਬੀ 'ਚ ਕੰਟੈਂਟ ਚਲਾਇਆ ਤਾਂ ਓਬੀਅਸ ਜੀ ਗੱਲ ਆ, ਪੰਜਾਬੀ ਨੂੰ ਤਰਜੀਹ ਦੇਵਾਂਗੇ, ਪਰ ਇਹਦਾ ਮਤਲਬ ਇਹ ਨਹੀਂ ਕਿ ਜਿਹੜੇ ਇੰਗਲਿਸ਼ ਮੀਡੀਅਮ 'ਚ ਕੋਈ ਚੀਜ਼ ਸਮਝਣਾ ਚਾਹੁੰਦੇ ਆ ਉਹਨਾਂ ਦੇ ਉੱਪਰ ਦੀ ਲੰਘ ਜਾਊਗੀ। ਨਹੀਂ, ਇੱਕ ਲੈਕਚਰ ਸੁਣ ਕੇ ਦੇਖੋ, ਮੀਡੀਅਮ ਤੁਹਾਡਾ ਭਾਵੇਂ ਪੰਜਾਬੀ ਆ ਚਾਹੇ ਇੰਗਲਿਸ਼ ਆ, ਸਮਝ ਸਾਰਿਆਂ ਨੂੰ ਆਊਗੀ, ਪਰ ਇਹਦੇ ਨਾਲ ਪੰਜਾਬੀ ਭਾਸ਼ਾ ਨੂੰ ਸਮਝਣ ਵਾਲੇ ਜਿਹੜੇ ਟਿਪੀਕਲ ਵਿਚਾਰੇ ਪਿੰਡਾਂ ਦੇ ਸਕੂਲਾਂ 'ਚ ਪੜ੍ਹੇ ਆ, ਉਹਨਾਂ ਨੂੰ ਜਿਹੜੀ ਅਕਸਰ ਦਿੱਕਤ ਹੁੰਦੀ ਆ ਸ਼ਬਦਾਂ ਨੂੰ ਸਮਝਣ 'ਚ, ਉਹ ਨਹੀਂ ਆਊਗੀ। ਮੀਡੀਅਮ ਪੰਜਾਬੀ 'ਚ ਵੀ ਆ, ਐਜ਼ ਇਟ ਇਜ਼ ਨਾਲ ਦੀ ਨਾਲ ਇਹਨੂੰ ਇੰਗਲਿਸ਼ 'ਚ ਵੀ ਟਰਾਂਸਲੇਟ ਕਰਕੇ ਤੁਹਾਨੂੰ ਦਿੱਤਾ ਜਾਊਗਾ। ਅਕਸਰ ਇੱਕ ਚੱਕਰ ਪੈਂਦਾ ਇੰਸਟੀਟਿਊਟਾਂ ਦੇ ਕੇਸ 'ਚ, ਉਹ ਇੰਗਲਿਸ਼ 'ਚ ਮੀਡੀਅਮ ਬਣਾਉਂਦੇ ਆ ਅਤੇ ਟਰਾਂਸਲੇਟ ਪੰਜਾਬੀ 'ਚ ਕਰ ਲੈਂਦੇ ਆ, ਵਿਚਾਰੇ ਪੰਜਾਬੀ ਵਾਲਿਆਂ ਨੂੰ ਚੱਕਰ ਪੈ ਜਾਂਦਾ ਹੈ। ਅੱਧੀਆਂ ਚੀਜ਼ਾਂ ਵਿੱਚ ਐਵੇਂ ਦੀਆਂ ਹੁੰਦੀਆਂ ਉਹ ਸਮਝ ਹੀ ਨਹੀਂ ਆਉਂਦੀਆਂ। YouTube 'ਤੇ ਕਈ ਵਾਰੀ ਪੜ੍ਹਾਉਂਦੇ ਹੁੰਦੇ ਆ, ਮਗਰ ਅਜੀਬ ਜਿਹੇ ਤਰੀਕੇ ਦੀ ਪੰਜਾਬੀ ਹੁੰਦੀ ਹੈ। ਅਸੀਂ ਕੀ ਕਰਾਂਗੇ, ਪੰਜਾਬੀ 'ਚ ਪੜ੍ਹਾਵਾਂਗੇ, ਟਰਾਂਸਲੇਟ ਇੰਗਲਿਸ਼ 'ਚ ਕਰਾਂਗੇ। ਹੁਣ ਇਹਦੇ ਨਾਲ ਇੰਗਲਿਸ਼ ਵਾਲਿਆਂ ਨੂੰ ਚੱਕਰ ਪਊਗਾ? ਨਹੀਂ ਪੈਂਦਾ, ਕਿਉਂਕਿ ਟਰਾਂਸਲੇਟ ਕਰਨ ਤੋਂ ਬਾਅਦ ਪੰਜਾਬੀ ਤੋਂ ਇੰਗਲਿਸ਼ ਆਲਮੋਸਟ ਸਹੀ ਟਰਾਂਸਲੇਟ ਹੁੰਦੀ ਆ। ਉਹਦੀ ਵਜ੍ਹਾ ਇਹ ਆ ਕਿਉਂਕਿ ਗੂਗਲ ਇੰਗਲਿਸ਼ ਨੂੰ ਬਹੁਤ ਆਸਾਨੀ ਨਾਲ ਸਮਝਦਾ ਹੈ, ਅੰਤਰਰਾਸ਼ਟਰੀ ਭਾਸ਼ਾ ਹੋਣ ਕਰਕੇ। ਸੋ ਉੱਥੇ ਗੁੰਜਾਇਸ਼ ਗਲਤੀ ਦੀ ਜੇ ਨਿਕਲਦੀ ਵੀ ਆ ਤਾਂ ਅਸੀਂ ਉਹਨੂੰ ਜ਼ਰੂਰ ਕ੍ਰੋਸ ਚੈੱਕ ਕਰਾਂਗੇ। ਬਿਨਾਂ ਸੈਂਸ ਤੋਂ ਕੋਈ ਵੀ ਚੀਜ਼ ਬਣਾ ਕੇ ਤੁਹਾਨੂੰ ਨਹੀਂ ਭੇਜੀ ਜਾਊਗੀ। ਸੋ ਸਾਡੀ ਇਹ ਕੋਸ਼ਿਸ਼ ਜਿਹੜੀ ਆ, ਇਹਨੂੰ ਜਿੰਨਾ ਤੁਸੀਂ ਆਪਣੇ, ਮੈਂ ਨਹੀਂ ਕਹਿੰਦਾ ਸਾਰਿਆਂ ਨਾਲ ਸ਼ੇਅਰ ਕਰ ਦਿਓ, ਪਰ ਜਿਹੜੇ ਪੰਜਾਬੀ ਮੀਡੀਅਮ 'ਚ ਤਿਆਰੀ ਕਰਨਾ ਚਾਹੁੰਦੇ ਆ, ਇੱਕ ਸਬਜੈਕਟ ਦਾ ਸਾਨੂੰ ਹੁੰਗਾਰਾ ਮਿਲੂਗਾ ਅਤੇ ਦੂਸਰਾ ਸਬਜੈਕਟ ਲੈ ਕੇ ਤੁਹਾਡੇ ਵਾਸਤੇ ਆਵਾਂਗੇ, ਠੀਕ ਆ। ਸਿੱਧੀ ਜੀ ਗੱਲ ਆ, ਥਿਊਰੀ ਪੜ੍ਹਾਉਣ 'ਚ ਇਸ ਕਰਕੇ ਯਕੀਨ ਆ। ਦੇਖੋ, ਵੈਸੇ ਵੀ ਮੈਂ ਸਮਝਦਾ ਕਿ ਪੰਜਾਬ ਦੇ ਬੱਚੇ ਜਿਹੜੇ ਆ ਬਹੁਤ ਫੈਡਅਪ ਹੋ ਚੁੱਕੇ ਆ, ਇੱਥੋਂ MCQs, ਇੱਥੇ MCQs, ਇੱਥੇ ਉਹ ਮਗਰ ਦੀ ਥਿਊਰੀ ਸਮਝ ਹੀ ਨਹੀਂ ਆਉਂਦੀ, ਕਹਾਣੀ ਸਮਝ ਹੀ ਨਹੀਂ ਆਉਂਦੀ। ਸੋ ਅੱਜ ਮਕਸਦ ਕੋਸ਼ਿਸ਼ ਕੀਤੀ ਆ, ਅਤੇ ਜੇ ਕੋਈ ਮੈਨੂੰ ਕਵੇ ਕਿ ਵਾਕਈ ਇਹਦੇ 'ਚ ਸਭ ਤੋਂ ਪਹਿਲਾਂ ਪੋਲਿਟੀ ਕਿਉਂ ਚੱਕੀ, ਕਿਉਂਕਿ ਜੇ ਮੇਰਾ ਇਰਾਦਾ PSSB ਦੇ ਪੱਧਰ ਤੱਕ ਜਾਂ ਪੰਜਾਬ ਪੁਲਿਸ ਦੇ ਕਾਂਸਟੇਬਲ ਅਤੇ ਸਬ ਇੰਸਪੈਕਟਰ ਦੇ ਪੱਧਰ ਤੱਕ ਪੜ੍ਹਾਉਣ ਦਾ ਹੈ ਆ, ਅਤੇ ਮੀਡੀਅਮ ਮੈਂ ਚਾਹੁੰਦਾ ਕਿ ਪੰਜਾਬੀ ਵਾਲਿਆਂ ਨੂੰ ਅਹਿਮੀਅਤ ਦੇਵਾਂ, ਪੜ੍ਹਾਵਾਂ ਸਭ ਨੂੰ, ਤਾਂ ਮੈਨੂੰ ਪੋਲਿਟੀ ਸਭ ਤੋਂ ਮੇਨ ਸਬਜੈਕਟ ਲੱਗਿਆ, ਕਿਉਂਕਿ ਪੇਪਰ 'ਚ ਆਉਂਦਾ ਬਹੁਤ ਆ। ਤੁਸੀਂ ਕਹੋਗੇ YouTube 'ਤੇ ਬਹੁਤ ਪੜ੍ਹਾ ਰਹੇ ਆ, ਪਰ ਰੌਲਾ ਚੰਗੀ ਤਰ੍ਹਾਂ ਥਿਊਰੀ ਪੜ੍ਹਾਉਣ ਦਾ ਹੈ, ਠੀਕ ਆ। ਇਹਦੇ ਨਾਲ ਇਹ ਨਹੀਂ ਹੋ ਗਿਆ ਕਿ ਮੈਂ ਪੜ੍ਹਾ ਰਿਹਾ ਅਤੇ ਹੁਣ ਇਸ ਤੋਂ ਮੇਰੇ ਤੋਂ ਵਧੀਆ ਕੋਈ ਨਹੀਂ ਪੜ੍ਹਾ ਸਕਦਾ। ਇਹ ਜਿਸ ਦਿਨ ਮੈਂ ਵਹਿਮ ਪਾਲ ਲਿਆ, ਉਸ ਦਿਨ ਸਭ ਤੋਂ ਪਹਿਲਾਂ ਤੁਸੀਂ ਨਹੀਂ, ਮੈਂ ਖਤਮ ਹੋਊਂਗਾ। ਮੇਰੇ ਤੋਂ ਚੰਗੇ ਪੜ੍ਹਾਉਣ ਵਾਲੇ, ਮੇਰੇ ਤੋਂ ਵਧੀਆ ਸਾਫ਼ ਤਰੀਕੇ ਨਾਲ ਪੜ੍ਹਾਉਣ ਵਾਲੇ, ਮੇਰੇ ਤੋਂ ਜ਼ਿਆਦਾ ਪੜ੍ਹਾਉਣ ਵਾਲੇ ਤੁਹਾਨੂੰ ਬਹੁਤ ਮਿਲ ਜਾਣਗੇ। ਮੇਰੀ ਵੀ ਇੱਕ ਨਿਮਾਣੀ ਜੀ ਕੋਸ਼ਿਸ਼ ਆ, ਉਹਨੂੰ ਉਵੇਂ ਦਾ ਹੁੰਗਾਰਾ ਦਿਓ ਜਿੰਨੀ ਕੁ ਦੀ ਉਹ ਲਾਇਕ ਆ। ਸੋ ਉਮੀਦ ਕਰਦਾ ਕਿ ਤੁਹਾਨੂੰ ਇਹ ਲੈਕਚਰਸ ਵਧੀਆ ਲੱਗੂਗਾ। ਸੋ ਬਿਨਾਂ ਸਮਾਂ ਖਰਾਬ ਕਰੇ ਹੁਣ ਸ਼ੁਰੂ ਕਰਦੇ ਹਾਂ। ਮੇਕਿੰਗ ਆਫ ਕੌਂਸਟੀਟਿਊਸ਼ਨ, ਸੰਵਿਧਾਨ ਦੀ ਬਣਤਰ। ਦੇਖੋ,
इस तो अगला चैप्टर प्रैम्बल होगा, प्रस्तावना, ये डिस्क्रिप्शन बॉक्स 'ਚ। उस तो अगे लगातार फंडामेंटल राइट्स के चैप्टर आ, वो भी डिस्क्रिप्शन बॉक्स 'ਚ। उस तो अगले चैप्टर DPSPs का है, सरकार दी नैतिक जिम्मेवारियां का डिस्क्रिप्शन 'ਚ। उस तो अगला चैप्टर फंडामेंटल ड्यूटीज़ का है डिस्क्रिप्शन 'ਚ। सो इस तरीके नाल एक कोशिश की है कि लगातार डिस्क्रिप्शन बॉक्स दे थ्रू सारे लैक्चरस, तो जे चंगा लगे तो वध तो वध जरूर इनू बाकी जाणिਆਂ ਨੂੰ दसो। टैलीग्राम चैनल जिहड़ा डिस्क्रिप्शन बॉक्स 'ਚ ਉਹਨੂੰ शेयर कर दिओ, अदरवाइज़ थल्ले एक नंबर देवांगे, इस नंबर ते कॉल करके ਜਾਂ WhatsApp करके तुसीं टैलीग्राम का लिंक ते कोई भी वाधू जानकारी लै सकते हो। बाकी अगले आने वाले लैक्चरस 'ਚ मैं वार-वार ये नंबर रिपीट करता रहूँगा, ਤਾਂ ਜੋ ਜਿਨ੍ਹਾਂ ਨੇ ਤਿਆਰੀ ਕਰਨੀ ਆ ਉਹ ਹੁਣ ਇੱਕ ਪਾਸੇ ਪਹਿਲਾਂ ਇੱਕ ਵਾਰੀ ਸਾਰੇ ਲੈਕਚਰ ਲਾ ਲਿਓ, ਫਿਰ ਉਸ ਤੋਂ ਬਾਅਦ ਜਿਹੜੇ ਮਰਜ਼ੀ YouTube ਦੇ ਪਲੇਟਫਾਰਮ 'ਤੇ ਜਾ ਕੇ MCQs ਲਾਈ ਜਾਇਓ, ਆਪੇ ਨਿਕਲਦੇ ਜਾਣਗੇ। ਕਿਉਂਕਿ ਜਦੋਂ ਸਟੋਰੀ ਹੀ ਸਮਝ ਆ ਗਈ ਫਿਰ ਮਗਰ ਕੀ ਬਚਿਆ, ਠੀਕ ਆ। ਇਸ ਸਾਰੀ ਚੀਜ਼ ਨੂੰ ਕੰਪਾਈਲ ਕਰਕੇ ਅਸੀਂ ਹਾਰਡ ਕਾਪੀ ਵੀ ਬਣਾ ਰਹੇ ਹਾਂ ਜਿਹਦੇ 'ਚ, ਪਰ ਉਹ ਹਾਰਡ ਕਾਪੀ ਦੀ ਇੱਕ ਖਾਸੀਅਤ ਆ ਕਿ ਸਭ ਤੋਂ ਪਹਿਲ ਦੇ ਆਧਾਰ 'ਤੇ ਜਿਹੜੀ ਅਸੀਂ ਹਾਰਡ ਕਾਪੀ ਬਣਾ ਰਹੇ ਹਾਂ, क्योंकि सब इंस्पैक्टर सारे पेपरों का सिलेबस बहुत ज़्यादा है, पढ़ावांगे तो सारा, पर जी असी हार्ड कॉपी बना रहे हैं पहल के आधार पर असी कॉन्स्टेबल के बैच को आधार रख के, जिहदे च आही जो स्क्रीन पर चलता है ये नोट्स के फॉर्म च होऊगा, कल्ली पॉलिटी थोड़ा, इस तो बाद पंजाब, ये नाल साइंस, कंप्यूटर दे विच असी एक कोशिश जरूर की है कि सारी थ्योरी असी पंजाबी च रखी है, तो मगर जिहड़े सवाल आ वो भी पंजाबी च ही। एक गल बड़ी साफ आ कि पहला ही जिहड़ी किताब असी टारगेट कर रहे हैं वो है कॉन्स्टेबल दी, ते जे तुसीं साडे मेन प्लेटफॉर्म मास्टर क्लासिस पटियाला बारे जानते हो, जिथे असी बाईलैंगुअल पढ़ाउने आ, असी उहदे ते भी दस चुके हैं कि तुसीं साडे इसे नंबर ते कॉल करके जां WhatsApp करके साडी एक बहुत वधिया, असी वधिया मनदे हां किताब, बाकी वो तो हुण तुसीं तय करना है। PSSB दे पेपर A दी किताब, ठीक आ, जिन्हों असी अपने हिसाब नाल बड़ी मेहनत नाल तैयार किया है। हुण वो पास आ कि फेल आ, असी किवें कह सकते हैं, वो तुसीं जे पढ़ोगे तो जरूर पता लगूगा। साडे इस प्लेटफॉर्म के टैलीग्राम ते भी, ठीक आ, वो पई आ, ते मास्टर क्लास ते भी पई आ, तुसीं उत्थों डाउनलोड करके उसकी डैमो चैक कर सकते हो। खैर हुण ज़्यादा समा नहीं खराब करना, आ जाओ। संविधान की बनतर, संविधान बनिया किवें, देखो भारत के संविधान का बनना किवें तय होया, एवें तो संविधान बन नहीं जाता। तुसीं ये देखो ਜਿਹੜੇ ਸਮੇਂ ਅਸੀਂ ਗੁਲਾਮ ਸੀਗੇ 20ਵੀਂ ਸਦੀ 'ਚ 1900 ਤੋਂ 1857 ਤੋਂ ਅਸੀਂ ਅੰਗਰੇਜ਼ ਹਕੂਮਤ ਦੇ ਸਿੱਧੇ ਗੁਲਾਮ ਹੋ ਗਏ। ਉਸ ਤੋਂ ਪਹਿਲਾਂ ਅਸੀਂ ਈਸਟ ਇੰਡੀਆ ਕੰਪਨੀ ਦੇ ਅੰਡਰ ਗੁਲਾਮ ਸੀ। ਤਾਂ ਭਾਰਤ 'ਚ ਚਾਹੇ ਈਸਟ ਇੰਡੀਆ ਕੰਪਨੀ ਦਾ ਰਾਜ ਸੀ, ਉਹ ਵੀ ਅੰਗਰੇਜ਼ਾਂ ਦੀ ਸੀ, ਬਾਅਦ 'ਚ ਅਸੀਂ ਸਿੱਧੇ ਅੰਗਰੇਜ਼ ਸਰਕਾਰ ਦੇ ਗੁਲਾਮ ਹੋ ਗਏ। ਇਹਨਾਂ ਸਮਿਆਂ 'ਚ ਅੰਗਰੇਜ਼ ਸਾਨੂੰ ਵੱਖਰੇ ਵੱਖਰੇ ਕਾਨੂੰਨਾਂ ਦੇ ਤਹਿਤ ਭਾਰਤ 'ਤੇ ਰਾਜ ਕਰਦੇ ਰਹੇ। ਕਦੀ ਉਹ ਗੌਰਮੈਂਟ ਆਫ ਇੰਡੀਆ ਐਕਟ 1858 ਲੈ ਕੇ ਆਏ, कदे वो भारतीय परिषद अधिनियम इंडियन कौंसिल एक्ट 1861 1861 लैके आए। बड़े वक्रे वक्रे कानूनों के नाल उन्होंने भारत पर कब्जा किया, तो हौली हौली इन्हां कानूनों के तहत भारतीय लोग जिमें जिमें अपनी आज़ादी की लड़ाई नूं तेज़ करते रहे, तो अंग्रेज़ जिहड़े आ वो भारतीयों नूं थोड़े थोड़े हक हकूक दिंदे रहे। हकूक मतलब बहुत ज़्यादा हक, प्रूलर बहुवचन दे विच ज़्यादातर हक जिहड़े आ भारतीयों नूं अपने संघर्ष करके मिले। अंग्रेज़ भारतीयों नूं उवें उवें हक दिंदे रहे जिमें जिमें भारती अपनी आज़ादी की लड़ाई का संघर्ष स्ट्रगल तेज़ करते रहे। फिर भारत ने अपने वास्ते वक्रे संविधान की मंग मंगनी शुरू करती। पहला तो असी अपनी संविधान अपने वास्ते संविधान सभा मंगी, कॉन्स्टीट्यूएंट असैंबली मंगी, जिथे बैठ के असी अपना संविधान लिख सकीए। इस चीज़ को लैके विवाद आ कि 1934 च पहली बार महेंद्र नाथ रॉय ने संविधान की मंग मंगी। इस गल नूं पंडित नेहरू ने कहा नहीं, सब तो पहला असी 1935 के कांग्रेस के सैशन च इस गल का जिक्र किया कि अंग्रेज़ों को कहा कि सानू साडी संविधान सभा चाहिए है जिथे असी अपना संविधान का निर्माण कर सकीए। खैर पहला की तो बाद च की 1940 का वो साल सी जदों भारत च अंग्रेज़ गवर्नर जनरल लिंगदो सी। उन्हें अगस्त आफर च कुछ शर्तों के आधार पर संविधान की मंग नूं साडी नूं स्वीकार किया। 1942 च जदों भारतीयों ने अपनी आज़ादी की लड़ाई नूं पूरा तेज़ करके अंग्रेज़ों भारत छड्डो क्विट इंडिया मूवमेंट लॉन्च किया, तो गांधी जी ने नारा दिता करो या मरो, डू और डाई। तो अंग्रेज़ों ने हफड़ा दफड़ी च एक मिशन इंडिया भेजा, सर स्टैफर्ड क्रिप्स की अगवाई च उन्होंने कहा गया क्रिप्स मिशन।
ਭਾਰਤ 'ਚ ਆਇਆ ਕ੍ਰਿਪਸ ਮਿਸ਼ਨ, ਉਹਨੇ ਭਾਰਤ 'ਚ ਆ ਕੇ ਇਹ ਕਹਿਣ ਦਾ ਮਤਲਬ ਆ ਕਿ ਭਾਰਤੀਆਂ ਨਾਲ ਗੱਲਬਾਤ ਕੀਤੀ ਅਤੇ ਸੰਵਿਧਾਨ ਸਭਾ ਦੀ ਮੰਗ ਨੂੰ ਮੰਨ ਲਿਆ। ਪਰ ਉਦੋਂ ਤੱਕ ਭਾਰਤੀਆਂ ਦੀ ਮੰਗਾਂ ਬਹੁਤ ਅੱਗੇ ਤੱਕ ਪਹੁੰਚ ਗਈਆਂ ਸੀ। ਆਜ਼ਾਦੀ ਦੀ ਲੜਾਈ, ਆਜ਼ਾਦੀ ਤੋਂ ਬਾਅਦ ਭਾਰਤ ਨੂੰ ਲੜਾਈ ਤੋਂ ਬਾਅਦ ਵਰਲਡ ਵਾਰ ਚੱਲ ਰਹੀ ਸੀ, ਉਸ ਤੋਂ ਬਾਅਦ ਸੰਪੂਰਨ ਆਜ਼ਾਦੀ ਭਾਰਤੀਆਂ ਦਾ ਮਕਸਦ ਹੋ ਗਿਆ। ਫਿਰ ਵਰਲਡ ਵਾਰ ਖਤਮ ਹੋਈ 1945 'ਚ। ਉਸ ਤੋਂ ਬਾਅਦ ਭਾਰਤ ਦੇ ਵਿੱਚ 3 ਮੈਂਬਰਾਂ ਦਾ ਕੈਬਨਿਟ ਮਿਸ਼ਨ ਆਇਆ, ਕ੍ਰਿਪਸ ਉਹਦੇ 'ਚ ਵੀ ਆ ਗਿਆ। ਉਹਦੇ 'ਚ ਇੱਕ ਬੰਦਾ ਪੈਟਰਿਕ ਲਾਰੈਂਸ ਆਇਆ ਅਤੇ ਇੱਕ ਆਇਆ ਆਪਣੇ ਕੋਲ VA ਅਲੈਗਜ਼ੈਂਡਰ। 3 ਜਾਣਿਆਂ ਦਾ ਟੋਲਾ ਕੈਬਨਿਟ ਮਿਸ਼ਨ ਮਾਰਚ 1946 ਦੀ 24 ਤਰੀਕ ਨੂੰ ਭਾਰਤ ਪਹੁੰਚਿਆ। ਉਹਦੇ 'ਚ ਉਸ ਟਾਈਮ ਇੰਗਲੈਂਡ ਦੇ ਵਿੱਚ ਅੰਗਰੇਜ਼ ਹਕੂਮਤ ਬਦਲ ਚੁੱਕੀ ਸੀ ਅਤੇ ਕਲੈਮਟ ਐਟਲੀ ਅੰਗਰੇਜ਼ਾਂ ਦੇ ਪ੍ਰਧਾਨ ਮੰਤਰੀ ਸੀ। ਭਾਰਤ ਦੀ ਆਜ਼ਾਦੀ ਵੇਲੇ ਅੰਗਰੇਜ਼ਾਂ ਦੇ ਪ੍ਰਧਾਨ ਮੰਤਰੀ ਕਲੈਮਟ ਐਟਲੀ ਹੀ ਰਹੇ ਆ। ਉਸ ਤੋਂ ਪਹਿਲਾਂ ਕ੍ਰਿਪਸ ਮਿਸ਼ਨ ਤੋਂ ਦੇ ਵੇਲੇ 42 'ਚ ਉੱਥੇ ਪ੍ਰਧਾਨ ਮੰਤਰੀ ਐਟਲੀ ਸਾਹਿਬ ਨਹੀਂ ਸੀ, ਵਿੰਸਟਨ ਚਰਚਿਲ ਸੀਗੇ। ਖੈਰ ਆਜੋ, ਕਹਿੰਦੇ ਕੈਬਨਿਟ ਮਿਸ਼ਨ ਭਾਰਤ ਆਇਆ, ਪਰ ਸੰਵਿਧਾਨਕ ਅਸੈਂਬਲੀ ਦੇ ਵਿਚਾਰ ਨੂੰ ਦਾ ਕੁਛ ਖਾਕਾ ਤਿਆਰ ਨਹੀਂ ਹੋਇਆ। ਪਰ ਫਿਰ ਮਸਲਾ ਹੱਲ ਹੁੰਦਾ ਥੋੜ੍ਹਾ ਥੋੜ੍ਹਾ ਦਿਸਿਆ ਅਤੇ ਸਾਰਿਆਂ ਨੇ ਬੈਠ ਕੇ ਭਾਰਤ 'ਚ ਇੱਕ ਹੱਲ ਕੱਢ ਲਿਆ ਕਿ ਭਾਰਤ 'ਚ ਸੰਵਿਧਾਨ ਸਭਾ ਬਣੂਗੀ। ਤੁਸੀਂ ਕਹੋਗੇ ਹੱਲ ਕਿਉਂ ਨਹੀਂ ਸੀ ਨਿਕਲ ਰਿਹਾ? ਆਖਰ ਕੋਈ ਤਾਂ ਕਾਰਨ ਹੋਊਗਾ ਕਿ ਭਾਰਤ 'ਚ ਸੰਵਿਧਾਨ ਸਭਾ ਦੇ ਬਣਨ ਦਾ ਹੱਲ ਕਿਉਂ ਨਹੀਂ ਸੀ ਨਿਕਲ ਰਿਹਾ। ਅੰਗਰੇਜ਼ ਸੰਵਿਧਾਨ ਸਭਾ ਦੇਣ ਨੂੰ ਤਿਆਰ ਸੀ, ਭਾਰਤੀ ਲੈਣ ਨੂੰ ਤਿਆਰ ਸੀ, ਫਿਰ ਕਿਉਂ ਨਹੀਂ? ਭਾਰਤ 'ਚ ਫਾਨਾ ਅੜਿਆ ਸੀ ਮੁਸਲਮਾਨਾਂ ਦਾ, ਜਿਹੜੇ ਕਹਿੰਦੇ ਸੀ ਸਾਨੂੰ ਵੱਖਰਾ ਦੇਸ਼ ਚਾਹੀਦਾ ਹੈ। ਵਿੱਚ ਦੂਜੀਆਂ ਬਰਾਦਰੀਆਂ ਦੇ ਵੀ ਕੁਛ ਇਸ਼ੂਜ਼ ਸੀਗੇ, ਸਿੱਖਾਂ ਦੇ ਵੀ ਕੁਛ ਵਿਵਾਦ ਸੀਗੇ, ਦਲਿਤ ਸਮਾਜ ਦੇ ਵੀ ਕੁਛ ਇਸ਼ੂਜ਼ ਸੀਗੇ। ਮੁੱਖ ਮਸਲਾ ਮੁਸਲਮਾਨਾਂ ਦਾ ਸੀ, ਜਿਹੜੇ ਵੱਖਰੇ ਦੇਸ਼ ਦੀ ਮੰਗ ਕਰ ਰਹੇ ਸੀ ਕਿ ਸਾਨੂੰ ਵੱਖਰਾ ਪਾਕਿਸਤਾਨ ਚਾਹੀਦਾ। ਸੰਵਿਧਾਨ ਸਭਾ ਨੂੰ ਲੈ ਕੇ ਫਿਰ ਕੱਚੇ ਜੇ ਮਨ ਨਾਲ ਸਾਰੇ ਤਿਆਰ ਹੋ ਗਏ ਅਤੇ ਪੂਰਾ ਭਾਰਤ ਸਣੇ ਪਾਕਿਸਤਾਨ, ਬੰਗਲਾਦੇਸ਼ ਇਹਨੂੰ ਫਿਰ ਭਾਰਤ ਨੂੰ ਤਕਰੀਬਨ 11 ਸੂਬਿਆਂ 'ਚ ਵੰਡ ਲਿਆ ਗਿਆ। ਇੱਥੇ ਕੁੱਲ ਸੀਟਾਂ 339 ਰੱਖੀਆਂ, 399, ਜਿਹਦੇ 'ਚ ਜਿਹੜੀਆਂ ਵਿੱਚ ਹਿੱਸੇ ਜਿਹੜੇ ਵਿੱਚ ਕੁਛ ਹਿੱਸੇ ਜਿਹੜੇ ਸੀਗੇ ਇਹ ਸੀਗੇ ਪ੍ਰਿੰਸਲੀ ਸਟੇਟਸ ਦੇ, ਰਿਆਸਤਾਂ ਦੇ। ਉੱਥੋਂ ਦੇ ਰਾਜਿਆਂ ਨੂੰ ਕਿਹਾ ਕਿ ਤੁਸੀਂ 93 ਬੰਦੇ ਭੇਜਣੇ ਆ। ਉਹ ਕਹਿੰਦੇ ਅਸੀਂ ਹੁਣ ਵੋਟਾਂ ਪਵਾਵਾਂਗੇ ਆਪਣੇ ਇਲਾਕੇ 'ਚ। ਕਹਿੰਦੇ ਤੁਸੀਂ ਵੋਟਾਂ ਨਹੀਂ, ਤੁਸੀਂ ਆਪਣੇ ਵੱਲੋਂ ਨਾਮਜ਼ਦ ਕਰਕੇ ਭੇਜਣੇ ਆ। ਹਰ 10 ਲੱਖ ਦੀ ਆਬਾਦੀ ਪਿੱਛੇ ਇੱਕ ਬੰਦਾ। ਪਰ ਪਟਿਆਲੇ ਰਾਜੇ ਦੀ ਤਾਂ ਆਬਾਦੀ 10 ਲੱਖ ਨਹੀਂ ਸੀ। ਪਟਿਆਲਾ, ਨਾਭਾ, ਜੀਂਦ, ਨਾਲਾਗੜ੍ਹ, ਕਲਸੀਆ, ਮਲੇਰਕੋਟਲਾ, ਠੀਕ ਆ, ਫਰੀਦਕੋਟ, ਐਵੇਂ 8 ਸਟੇਟਾਂ ਨੂੰ, ਪ੍ਰਿੰਸਲੀ ਸਟੇਟਾਂ ਨੂੰ ਜੋੜ ਕੇ ਆਬਾਦੀ 10 ਲੱਖ ਬਣ ਗਈ। ਇਹਨਾਂ ਨੂੰ ਕਿਹਾ ਤੁਸੀਂ 1 ਭੇਜੋ। ਹੈਦਰਾਬਾਦ ਇਕੱਲੇ ਦੀ ਆਬਾਦੀ 20 ਲੱਖ ਸੀ, ਉਹਨੂੰ ਇਕੱਲੇ ਨੂੰ ਕਿਹਾ ਤੁਸੀਂ 2 ਭੇਜ ਦਿਓ। ਐਵੇਂ ਕਰਕੇ 93 ਬੰਦੇ ਤਾਂ ਰਾਜਿਆਂ ਤੋਂ ਨਾਮਜ਼ਦ ਕਰਵਾ ਲਏ ਗਏ। ਬਾਕੀ 296 ਸੀਟਾਂ ਉਸ ਭਾਰਤ ਦੀਆਂ ਬਚ ਗਈਆਂ ਜਿੱਥੇ ਅੰਗਰੇਜ਼ਾਂ ਦਾ ਸਿੱਧੇ ਤੌਰ 'ਤੇ ਕਬਜ਼ਾ ਸੀ। ਉਹਨਾਂ 296 ਚੋਂ 4 ਤਾਂ ਯੂਨੀਅਨ ਟੈਰੀਟਰੀ ਸੀਗੀਆਂ, ਕੇਂਦਰ ਸ਼ਾਸਿਤ ਪ੍ਰਦੇਸ਼। ਉਸ ਵੇਲੇ ਉਹਨਾਂ ਨੂੰ ਚੀਫ ਕਮਿਸ਼ਨਰ ਪ੍ਰੋਵਿੰਸ, ਕੇਂਦਰ ਸ਼ਾਸਿਤ ਮਤਲਬ ਕਮਿਸ਼ਨਰ ਦੁਆਰਾ ਸ਼ਾਸਿਤ ਪ੍ਰਦੇਸ਼ ਕਿਹਾ ਜਾਂਦਾ ਸੀਗਾ। 292 ਸਟੇਟਾਂ ਸੀ ਉਦੋਂ ਸਟੇਟਾਂ ਨੂੰ ਪ੍ਰੋਵਿੰਸ ਕਿਹਾ ਜਾਂਦਾ ਸੀ, ਪ੍ਰਾਂਤ ਕਿਹਾ ਜਾਂਦਾ ਸੀ। ਸੋ ਹਰ ਇੱਕ ਪ੍ਰਾਂਤ 'ਚ ਵੋਟਾਂ ਪਈਆਂ। ਜਿਹੜੇ ਲੋਕ ਵੋਟਾਂ 'ਚ ਚੁਣੇ ਗਏ ਉਹ ਸਿੱਧੇ ਤੌਰ 'ਤੇ ਨਹੀਂ, ਉਹ ਹਰ ਬੰਦੇ ਦੁਆਰਾ ਨਹੀਂ ਚੁਣੇ ਗਏ। ਹਰ ਬੰਦੇ ਵੋਟ ਪਾਉਣ ਦਾ ਹੱਕਦਾਰ ਹੋਵੇ ਤਾਂ ਉਹਨੂੰ ਕਹਿੰਦੇ ਆ ਅਡਲਟ ਫਰੈਂਚਾਈਜ਼, ਮਤਲਬ ਕਿ ਹਰ ਇੱਕ ਨੂੰ ਵੋਟ ਪਾਉਣ ਦਾ ਅਧਿਕਾਰ। ਇੱਥੇ ਲਿਮਟਿਡ ਫਰੈਂਚਾਈਜ਼, ਠੀਕ ਆ, ਮਤਲਬ ਸੀਮਤ ਅਧਿਕਾਰਾਂ ਨਾਲ ਵੋਟਾਂ ਪਈਆਂ। ਕੁਛ ਕੁ 10-11% ਲੋਕ ਹੀ ਵੋਟ ਪਾਉਣ ਦੇ ਹੱਕਦਾਰ ਸੀ, ਇਸ ਕਰਕੇ ਇਹਨੂੰ ਸੀਮਤ ਅਧਿਕਾਰਾਂ ਨਾਲ ਪਈਆਂ ਵੋਟਾਂ ਕਿਹਾ ਗਿਆ। ਜਿਹੜੇ ਬੰਦੇ ਚੁਣੇ ਗਏ ਉਹ ਸੰਵਿਧਾਨ ਸਭਾ 'ਚ ਪਹੁੰਚ ਗਏ ਨਹੀਂ, ਉਹਨਾਂ ਨੇ ਅੱਗੇ ਵੋਟਾਂ ਪਾ ਕੇ ਆਪਣੇ ਲੀਡਰ ਚੁਣੇ। ਇਸ ਕਰਕੇ ਇਹਨਾਂ ਚੋਣਾਂ ਨੂੰ ਪ੍ਰਤੱਖ ਚੋਣਾਂ ਵੀ ਨਹੀਂ ਕਿਹਾ ਗਿਆ, ਡਾਇਰੈਕਟ ਇਲੈਕਸ਼ਨਸ ਵੀ ਨਹੀਂ ਕਿਹਾ ਗਿਆ ਇਨਡਾਇਰੈਕਟ ਇਲੈਕਸ਼ਨਸ। ਸੰਵਿਧਾਨ ਸਭਾ 2 ਤਰੀਕਿਆਂ ਨਾਲ ਚੁਣੀ ਗਈ। ਜਿਹੜੀ ਤਾਂ ਸਿੱਧਾ ਬ੍ਰਿਟਿਸ਼ ਭਾਰਤ ਸੀਗਾ ਉੱਥੇ ਅਪ੍ਰਤੱਖ ਚੋਣਾਂ, ਅਤੇ ਰਾਜੇ ਰਜਵਾੜਿਆਂ ਵਾਲੇ ਪਾਸੇ ਸਿੱਧੇ ਨਾਮਜ਼ਦਗੀ, ਨੋਮੀਨੇਸ਼ਨਸ, ਉੱਥੇ ਤਾਂ ਵੋਟਾਂ ਵੀ ਨਹੀਂ ਪਈਆਂ। ਐਵੇਂ ਭਾਰਤ 'ਚ ਸਾਰੇ ਲੋਕ ਚੁਣੇ ਗਏ। ਪਰ ਜਦੋਂ ਇਹ ਰਿਜ਼ਲਟ ਆਇਆ 296 ਚੋਂ 292 ਸੀਟਾਂ ਜਿਹੜੀਆਂ ਸੀ ਉਹ ਤਾਂ ਮਿਲੀਆਂ ਸੂਬਿਆਂ ਨੂੰ, ਜਿਨ੍ਹਾਂ ਨੂੰ ਪ੍ਰਾਂਤ ਕਿਹਾ ਗਿਆ। ਬਾਕੀ 4 ਚੀਫ ਕਮਿਸ਼ਨਰ ਪ੍ਰੋਵਿੰਸ ਸੀ, ਦਿੱਲੀ, ਅਜਮੇਰ, ਕੁਰਗ ਅਤੇ ਬਲੋਚਿਸਤਾਨ। ਸੋ 10 ਲੱਖ ਦੀ ਹਰ ਮਿਲੀਅਨ ਮਤਲਬ ਕਿ 10 ਲੱਖ ਦੀ ਆਬਾਦੀ ਪਿੱਛੇ ਵੋਟਾਂ ਦਾ ਸਿਸਟਮ ਅਤੇ ਅਪ੍ਰਤੱਖ ਚੋਣਾਂ। ਫਿਰ ਜਾ ਕੇ ਉਹਨਾਂ ਨੇ ਅੱਗੇ ਬੰਦੇ ਚੁਣੇ, ਇਸ ਕਰਕੇ ਹੋਇਆ। ਸੋ ਇੱਕ ਗੱਲ ਤਾਂ ਬੜੀ ਕਲੀਅਰ ਆ ਕਿ ਭਾਰਤ ਦੀ ਅੱਧੀ ਜਿਹੜੀ ਸੰਵਿਧਾਨ ਸਭਾ ਸੀ ਉਹ ਚੁਣੀ ਹੋਈ ਸੀ, ਉਹ ਵੀ ਅਪ੍ਰਤੱਖ।
ਤੇ ਅੱਧੀ ਨਾਮਜ਼ਦ ਸੀਗੀ, ਅੱਧੀ ਤਾਂ ਨਹੀਂ 93 ਬੰਦੇ ਜਿਹੜੇ ਰਾਜਿਆਂ ਵੱਲੋਂ ਸੀ। ਖੈਰ ਇੱਥੇ ਸਾਰਿਆਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਸੀ, ਸੀਮਤ ਵੋਟ ਅਧਿਕਾਰ ਸੀਗੇ, ਇਹ ਵੀ ਮੈਂ ਦੱਸਦੇ। ਜਦੋਂ ਰਿਜ਼ਲਟ ਆਏ ਉਹਨਾਂ 93 ਤੇ ਤਾਂ ਕੀ ਰਿਜ਼ਲਟ ਆਉਣਾ ਸੀ, ਜਿਹੜੀਆਂ ਰਾਜੇ ਰਜਵਾੜਿਆਂ ਦੀਆਂ ਸੀਟਾਂ ਸੀ, ਰਿਜ਼ਲਟ ਤਾਂ 296 ਤੇ ਆਉਣਾ ਸੀ। ਉਹਨਾਂ 'ਚੋਂ ਕਾਂਗਰਸ ਮੇਲਾ ਲੁੱਟ ਗਈ 208 ਸੀਟਾਂ ਦਾ। ਮੁਸਲਿਮ ਲੀਗ ਉਮੀਦ ਦੇ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੀ, ਕਿਉਂਕਿ ਮਾਰਚ 'ਚ ਕੈਬਨਿਟ ਮਿਸ਼ਨ ਆਇਆ, ਜੁਲਾਈ ਅਗਸਤ 'ਚ ਵੋਟਾਂ ਪਈਆਂ। ਵੋਟਾਂ ਤੋਂ ਬਾਅਦ ਜਦੋਂ ਮੁਸਲਿਮ ਲੀਗ ਨੂੰ ਪਤਾ ਲੱਗਿਆ ਕਿ ਪੂਰੇ ਭਾਰਤ 'ਚ ਉਹਨਾਂ ਨੂੰ ਸਿਰਫ 73 ਸੀਟਾਂ ਮਿਲੀਆਂ ਅਤੇ ਬਾਕੀ ਆਜ਼ਾਦਾਂ ਨੂੰ ਇੰਨੀਆਂ ਸੀਟਾਂ ਮਿਲੀਆਂ, ਰਿਆਸਤਾਂ ਨੂੰ ਕਿਹਾ ਕਿ ਤੁਸੀਂ ਆਪਣੇ 93 ਬੰਦੇ ਜਿਹੜੇ ਆ ਨਾਮਜ਼ਦ ਕਰਕੇ ਭੇਜਣੇ ਆ। ਜਿਸ ਦਿਨ ਨਵੰਬਰ 'ਚ ਸੰਵਿਧਾਨ ਸਭਾ ਬਣਾਉਣੀ ਸੀ ਇਹਨਾਂ ਸਾਰਿਆਂ ਨੇ, ਮੁਸਲਿਮ ਲੀਗ ਗਈ ਨਹੀਂ, ਕਿਉਂਕਿ ਉਹ ਕਹਿੰਦੇ ਅਸੀਂ 73 ਬੰਦੇ ਲੈ ਕੇ ਜਾਵਾਂਗੇ, ਅਸੀਂ ਆਪਣੀ ਪੁਰਾਣੀ ਮੰਗ ਨੂੰ ਹੀ ਦੁਹਰਾ ਲਈਏ ਕਿ ਵੱਖਰਾ ਪਾਕਿਸਤਾਨ, ਵੱਖਰਾ ਪਾਕਿਸਤਾਨ। ਰਾਜਿਆਂ ਨੂੰ ਕਿਸੇ ਨੇ ਸਮਝਾਤਾ ਕਿ ਜੇ ਤੁਸੀਂ ਅੱਜ ਬੰਦੇ ਨਾਮਜ਼ਦ ਕਰਤੇ, ਕੱਲ੍ਹ ਨੂੰ ਅੰਗਰੇਜ਼ ਭਾਰਤ ਛੱਡ ਕੇ ਭੱਜ ਗਏ, ਤੁਹਾਨੂੰ ਭਾਰਤ 'ਚ ਮਿਲਾ ਜਾਣਗੇ, ਫਿਰ ਕੀ ਕਰੋਗੇ। ਇਸੇ ਕਰਕੇ ਮੁਸਲਿਮ ਲੀਗ ਜਿਹੜੀ ਸੀ ਉਹਨਾਂ ਨੇ ਅਗਸਤ ਦੀ 16 ਤਰੀਕ ਤੋਂ ਹੀ, 16 ਅਗਸਤ 1946 ਤੋਂ ਹੀ ਭਾਰਤ 'ਚ ਬੰਗਾਲ ਦੇ ਨੌਖਲੀ 'ਚ ਦੰਗੇ ਕਰਾਉਣੇ ਵੀ ਸ਼ੁਰੂ ਕਰਤੇ ਸੀ। 16 ਅਗਸਤ ਨੂੰ ਮੁਸਲਿਮ ਲੀਗ ਨੇ ਨਾਅਰਾ ਦਿੱਤਾ ਸੀ ਡਾਇਰੈਕਟ ਐਕਸ਼ਨ ਡੇ, ਸਿੱਧੇ ਤੌਰ 'ਤੇ ਕਾਰਵਾਈ ਦਿਵਸ, ਸਿੱਧਾ ਕਾਰਵਾਈ ਦਿਵਸ, ਸਿੱਧੇ ਤੌਰ 'ਤੇ ਕਾਰਵਾਈ ਪਾ ਦਿਓ, ਕਹਿੰਦੇ ਦੰਗੇ ਹੋਏ ਸੀ ਉਦੋਂ। ਸੋ ਸੰਵਿਧਾਨ ਸਭਾ ਦੇ ਵਿੱਚ ਹੁਣ ਇੱਕ ਗੱਲ ਤਾਂ ਕਲੀਅਰ ਆ ਕਿ ਅਸੈਂਬਲੀ 'ਚ ਨਾ ਬੜੇ ਵਰਗਾਂ ਦੇ ਲੋਕ ਸੀਗੇ, ਸਿੱਖ, ਮੁਸਲਮਾਨ, ਪਾਰਸੀ, ਐਂਗਲੋ, ਈਸਾਈ ਵਗੈਰੇ। ਜਦੋਂ ਇਹ ਵੋਟਾਂ ਪਈਆਂ ਸੀ ਤਾਂ ਉਸ ਤੋਂ ਲੈ ਕੇ, ਠੀਕ ਆ, ਹਿੰਦੂ ਸਿੱਖ ਅਤੇ ਸਿੱਖਾਂ ਨੂੰ ਮੇਨ ਆਧਾਰ 'ਤੇ ਮੰਨ ਕੇ ਵੋਟਾਂ ਪਾਈਆਂ ਸੀ, ਪਰ ਅੰਦਰ ਹਰ ਬਰਾਦਰੀ ਦੇ ਬੰਦੇ ਪਹੁੰਚੇ ਸੀਗੇ, ਠੀਕ ਆ। ਸੋ ਓਬਵੀਅਸ ਜੀ ਗੱਲ ਆ, 7 ਦਸੰਬਰ 1946 ਨੂੰ 7 ਦਸੰਬਰ 1946 ਨੂੰ ਇਹ ਸੰਵਿਧਾਨ ਸਭਾ ਬਣੀ ਅਤੇ 9 ਦਸੰਬਰ ਨੂੰ ਇਹਦੀ ਪਹਿਲੀ ਬੈਠਕ ਬੁਲਾਈ ਗਈ 1946 'ਚ। ਮੈਂ ਪਹਿਲਾਂ ਹੀ ਦੱਸਤਾ ਕਿ ਮੁਸਲਿਮ ਲੀਗ ਦੇ ਆਉਣ ਦਾ ਤਾਂ ਕੋਈ ਮਤਲਬ ਹੀ ਨਹੀਂ ਬਣਦਾ, ਉਹਨਾਂ ਨੇ ਆਉਣਾ ਵੀ ਨਹੀਂ ਸੀ, ਦੇਸ਼ ਅਜੇ ਆਜ਼ਾਦ ਹੋਇਆ ਨਹੀਂ। ਸੋ ਉਸ ਟਾਈਮ ਦਾ ਸਾਡਾ ਗਵਰਨਰ ਜਨਰਲ, ਜਿਹੜਾ ਭਾਰਤ ਦਾ ਤਕਰੀਬਨ ਅਖੀਰਲਾ ਗਵਰਨਰ ਜਨਰਲ ਲਾਰਡ ਵੇਵਲ ਸੀ, ਉਹਨੇ ਆਪਣੀ ਮੰਤਰੀ ਪ੍ਰੀਸ਼ਦ ਬਣਾਉਣੀ ਸੀ। ਉਹਨੂੰ ਕਿਹਾ ਗਿਆ ਆਪਣੀ ਕਾਰਜਕਾਰੀ ਪ੍ਰੀਸ਼ਦ, ਨਾਮ ਕੀ ਦਿੱਤਾ, ਐਗਜ਼ੈਕਟਿਵ ਕੌਂਸਲ। ਆਪ ਤਾਂ ਉਹਦਾ ਪ੍ਰਧਾਨ ਹੀ ਸੀਗਾ ਪ੍ਰੈਜ਼ੀਡੈਂਟ, ਜੇ ਪੇਪਰ 'ਚ ਆ ਗਿਆ ਕਿ ਜਿਹੜੀ ਲਾਰਡ ਵੇਵਲ ਨੇ 1946 ਦੀਆਂ ਚੋਣਾਂ ਤੋਂ ਬਾਅਦ ਸਰਕਾਰ ਬਣਾਈ ਆ, ਜਿਹਨੂੰ ਉਹ ਕਾਰਜਕਾਰੀ ਪ੍ਰੀਸ਼ਦ ਐਗਜ਼ੈਕਟਿਵ ਕੌਂਸਲ ਕਹਿੰਦਾ ਸੀ, ਉਹਦਾ ਪ੍ਰਧਾਨ ਕੌਣ ਸੀ, ਉਹ ਆਪ ਹੀ ਸੀ। ਉਹਦਾ ਉਪ ਪ੍ਰਧਾਨ ਕੌਣ ਸੀ, ਵਾਈਸ ਪ੍ਰੈਜ਼ੀਡੈਂਟ, ਤਾਂ ਤੁਸੀਂ ਹੈਰਾਨ ਹੋ ਜਾਓਗੇ, ਨਹਿਰੂ। ਉਹਦੇ 'ਚ 14 ਮੈਂਬਰ ਸੀਗੇ, 8 ਕਾਂਗਰਸੀ ਅਤੇ 6 ਲੀਗ ਦੇ, 8 ਕਾਂਗਰਸ 'ਚੋਂ 6 ਮੁਸਲਿਮ ਲੀਗ ਦੇ ਮੈਂਬਰ ਸੀ। ਸੋ 14 ਮੈਂਬਰਾਂ ਦੇ ਨਾਮ, ਚਲੋ ਉਹਨੂੰ ਕਹਿੰਦੇ ਆ ਕਾਰਜਕਾਰੀ ਸਰਕਾਰ। ਸੋ ਉਹ ਬਾਹਲਾ ਚੱਲੀ ਨਹੀਂ, ਕਿਉਂਕਿ ਉਹਨੂੰ ਕਿਸੇ ਨੇ ਮੰਨਿਆ ਹੀ ਨਹੀਂ ਸਰਕਾਰ, ਅਤੇ ਨਾ ਹੀ ਉਸ ਸੰਵਿਧਾਨ ਸਭਾ ਨੂੰ ਮੰਨਿਆ, ਕਿਉਂਕਿ ਉਹ 'ਚ ਕਿਹੜਾ ਕੋਈ ਜਾਂਦਾ ਸੀ। ਫਿਰ ਵੀ ਸੰਵਿਧਾਨ ਸਭਾ 9 ਦਸੰਬਰ ਨੂੰ ਆਪਣੀ ਪਹਿਲੀ ਬੈਠਕ ਦੇ ਦੌਰਾਨ ਕਹਿੰਦੇ ਸਭ ਤੋਂ ਬਜ਼ੁਰਗ ਬੰਦੇ ਨੂੰ ਪ੍ਰਧਾਨ ਦੀ ਕੁਰਸੀ 'ਤੇ ਬਿਠਾ ਦਿਓ। ਸਚੀਦਾਨੰਦ ਸਿਨਹਾ ਨੂੰ 9 ਦਸੰਬਰ ਨੂੰ ਹੀ ਫਰਾਂਸ ਦੀ ਪ੍ਰੈਕਟਿਸ ਦੇ ਆਧਾਰ 'ਤੇ, ਫਰਾਂਸ ਦੇ ਤੌਰ ਤਰੀਕਿਆਂ ਨੂੰ ਦੇਖਦੇ, ਜਿਵੇਂ ਫਰਾਂਸ ਦਾ ਰਿਵਾਜ ਆ, ਫਰਾਂਸ ਦੇ ਰਿਵਾਜ ਤੋਂ ਪ੍ਰਭਾਵਿਤ ਹੋ ਕੇ ਉਹਨੂੰ ਅਸਥਾਈ ਟੈਂਪਰੇਰੀ ਪ੍ਰਧਾਨ ਚੁਣ ਲਿਆ। ਅਤੇ 2 ਦਿਨਾਂ ਬਾਅਦ ਹੋਈ 11 ਤਰੀਕ ਦੀ ਮੀਟਿੰਗ 'ਚ ਰਜਿੰਦਰ ਪ੍ਰਸਾਦ ਨੂੰ ਪੱਕੇ ਤੌਰ 'ਤੇ ਪ੍ਰਧਾਨ ਚੁਣ ਲਿਆ, ਅਤੇ HC ਮੁਖਰਜੀ ਅਤੇ VT ਕ੍ਰਿਸ਼ਨ ਆਚਾਰਿਆ 2 ਉਪ ਪ੍ਰਧਾਨ ਡਿਪਟੀ ਪ੍ਰੈਜ਼ੀਡੈਂਟ ਚੁਣ ਲਏ ਗਏ। 1 ਪ੍ਰੈਜ਼ੀਡੈਂਟ ਅਤੇ 2 ਡਿਪਟੀ ਪ੍ਰੈਜ਼ੀਡੈਂਟ। ਇੰਪੋਰਟੈਂਟ ਗੱਲ ਸਮਝ ਆ ਰਹੀ ਹੈ ਨਾ, ਵਾਈਸ ਪ੍ਰੈਜ਼ੀਡੈਂਟ, ਡਿਪਟੀ ਨਹੀਂ, ਵਾਈਸ ਪ੍ਰੈਜ਼ੀਡੈਂਟ। ਸੰਵਿਧਾਨ ਸਭਾ ਦਾ ਕੰਮ ਸਹੀ ਚੱਲ ਸਕੇ, ਹਾਥੀ ਐਲੀਫੈਂਟ ਨੂੰ ਐਜ਼ ਸੀਲ ਚੁਣ ਲਿਆ ਗਿਆ। ਸੰਵਿਧਾਨ ਸਭਾ ਨੂੰ ਹਰ ਮਸਲੇ 'ਤੇ ਸਲਾਹ ਦੇਣ ਵਾਸਤੇ ਕੌਂਸਟੀਟਿਊਸ਼ਨਲ ਐਡਵਾਈਜ਼ਰ BN ਰਾਓ ਨੂੰ ਚੁਣ ਲਿਆ ਗਿਆ, ਅਤੇ ਸੈਕਟਰੀ ਟੂ ਸੰਵਿਧਾਨ ਸਭਾ, ਜਿਹੜਾ ਸਾਰਾ ਕਾਰਜਕਾਰ ਦੇਖੇ ਕਿ ਕੌਣ ਬੈਠਾ ਹੈ ਕੌਣ ਨਹੀਂ ਬੈਠਾ, ਉਹਨੂੰ ਸੈਕਟਰੀ ਕਹਿ ਦਿੰਦੇ ਆ। HVR ਅਯੰਗਰ ਨੂੰ ਸੰਵਿਧਾਨ ਸਭਾ ਦਾ ਕੌਂਸਟੀਟਿਊਐਂਟ ਅਸੈਂਬਲੀ ਦਾ ਸੈਕਟਰੀ ਚੁਣ ਲਿਆ ਗਿਆ। ਅਤੇ ਜਿਹੜੇ ਬੰਦੇ ਨੇ ਸੰਵਿਧਾਨ ਦਾ ਮੁੱਖ ਡਰਾਫਟ ਤਿਆਰ ਕਰਨਾ ਸੀ ਕਿ ਸੰਵਿਧਾਨ ਕਿਵੇਂ ਦਾ ਹੋਊਗਾ, ਕਿੰਨੇ ਕੀ ਕਰਨਾ, ਇਹਨੂੰ ਕਹਿੰਦੇ ਡਰਾਫਟਮੈਨ। ਮੁੱਖ ਚੀਫ ਡਰਾਫਟਮੈਨ SN ਮੁਖਰਜੀ ਨੂੰ ਚੁਣਿਆ ਗਿਆ। ਹੂ ਵਾਜ਼ ਚੀਫ ਡਰਾਫਟਮੈਨ, SN ਮੁਖਰਜੀ। ਸੈਕਟਰੀ ਟੂ ਕੌਂਸਟੀਟਿਊਐਂਟ ਅਸੈਂਬਲੀ HVR ਅਯੰਗਰ, ਅਤੇ ਕੌਂਸਟੀਟਿਊਸ਼ਨਲ ਐਡਵਾਈਜ਼ਰ ਸੰਵਿਧਾਨਕ ਸਲਾਹਕਾਰ BN ਰਾਓ, ਅਤੇ ਸਿੰਬਲ ਆਫ, ਔਰ ਵੀ ਕੈਨ ਸੇ, ਹਾਂ, ਸਿੰਬਲ ਆਫ ਅਸੈਂਬਲੀ ਐਲੀਫੈਂਟ। ਸੋ ਇੰਗਲਿਸ਼ 'ਚ ਵੀ ਦੱਸਦਾ। 2 ਵਾਈਸ ਪ੍ਰੈਜ਼ੀਡੈਂਟ HC ਮੁਖਰਜੀ, HC ਮੁਖਰਜੀ ਚੀਫ ਡਰਾਫਟਮੈਨ ਦੇ ਨਾਲ ਵਾਈਸ ਪ੍ਰੈਜ਼ੀਡੈਂਟ ਵੀ ਸੀ, ਅਤੇ VT ਕ੍ਰਿਸ਼ਨਾ ਆਚਾਰਿਆ 2nd ਵਾਈਸ ਪ੍ਰੈਜ਼ੀਡੈਂਟ ਸੀ। ਇੰਗਲਿਸ਼ ਵਾਲਿਆਂ ਨੂੰ ਕੋਈ ਦਿੱਕਤ ਨਾ ਆ ਜੇ, ਸਾਰਾ ਸੰਵਿਧਾਨ ਇਟੈਲਿਕ, ਜਿਵੇਂ ਆਪਾਂ ਐਂ ਲਿਖਦੇ ਆ, ਇਟੈਲਿਕ
ਉਹਦੇ 'ਚ ਸ਼ੈਲੀ 'ਚ ਲਿਖਿਆ ਗਿਆ, ਮਤਲਬ ਕਿ ਜਿਹੜੀ ਉਹਦੀ ਉਹ ਹੁੰਦੀ ਆ, ਆਪਾਂ ਕੀ ਕਹਿ ਦਿੰਦੇ ਆਪਾਂ, ਸਕ੍ਰਿਪਟ ਜਿਹੜੀ ਆ ਉਹਨੂੰ ਇਟੈਲਿਕ ਰੱਖਿਆ ਗਿਆ ਡਿਜ਼ਾਈਨ ਨੂੰ, ਠੀਕ ਆ। ਅਤੇ ਖੈਰ ਇਸ ਤਰੀਕੇ ਨਾਲ ਸਾਰਾ ਸੰਵਿਧਾਨ ਲਿਖਿਆ। ਹੁਣ ਸਭ ਤੋਂ ਇੰਪੋਰਟੈਂਟ ਗੱਲ ਆ ਕਿ ਸੰਵਿਧਾਨ ਨੂੰ ਸਜਾਉਣਾ ਕਿੰਨੇ ਸੀ, ਕਿਹਨਾਂ ਦੀ ਲਿਖਤ ਸੀ। ਬੇਸਿਕਲੀ ਜਿਹੜੇ ਦੋ ਬੰਦਿਆਂ ਨੇ ਇਸ ਸੰਵਿਧਾਨ ਨੂੰ ਲਿਖਿਆ, ਡਿਜ਼ਾਈਨ ਕੀਤਾ, ਉਹ ਸੀ ਨੰਦ ਲਾਲ ਬੋਸ ਅਤੇ ਬਿਓਰ ਮਨੋਹਰ ਲਾਲ ਸਿਨਹਾ। ਇਹ ਦੋਵੇਂ ਬੰਗਾਲ ਦੇ ਰਵਿੰਦਰਨਾਥ ਟੈਗੋਰ ਦੇ ਸ਼ਾਂਤੀ ਨਿਕੇਤਨ ਆਸ਼ਰਮ ਦੇ ਸੀਗੇ। ਸੋ ਇਹਨਾਂ ਦੁਆਰਾ ਇਹਨੂੰ ਲਿਖਿਆ ਗਿਆ ਅਤੇ ਇਹਦੇ ਆਲੇ ਦੁਆਲੇ ਜਿਹੜੀਆਂ ਫੋਟੋਆਂ, ਕਿਉਂਕਿ ਇੱਕ ਪਾਸੇ ਸੰਵਿਧਾਨ 'ਚ ਲਿਖਿਆ, ਇੱਕ ਪਾਸੇ ਫੋਟੋਗ੍ਰਾਫੀ ਹੋਈ ਆ, ਜਿਹੜੀਆਂ ਪਿਕਚਰਸ ਨੇ ਉਹਨਾਂ ਨੂੰ ਛਾਪਿਆ ਕਿਹਨਾਂ ਨੇ ਸੀਗਾ, ਰਾਮ ਮਨੋਹਰ ਸਿਨਹਾ ਅਤੇ ਪ੍ਰੇਮ ਬਿਹਾਰੀ ਲਾਲ ਨਾਰਾਇਣ ਰਜ਼ਾਦਾ। ਇਹਨਾਂ ਨੇ ਇਹਦੀ ਡਿਜ਼ਾਈਨਿੰਗ, ਫੋਟੋਗ੍ਰਾਫੀ, ਪਿਕਟੋਗ੍ਰਾਫੀ ਜੋ ਵੀ ਕਹਿ ਦਿੰਦੇ ਆ, ਉਹ ਕੀਤੀ ਆ। ਉਮੀਦ ਕਰ ਕਿ ਸਮਝ ਆ ਗਿਆ। ਜਿਹੜਾ ਸਾਡਾ ਪ੍ਰੈਂਬਲ ਆ, ਪ੍ਰੈਂਬਲ ਨੂੰ ਹਿੰਦੀ 'ਚ ਲਿਖਿਆ ਹੈ ਬਸੰਤ ਕ੍ਰਿਸ਼ਨ ਵੈਦਿਆ ਨੇ, ਠੀਕ ਆ, ਅਤੇ ਨੰਦ ਲੋਹਲ ਮੋਸ ਨੇ ਉਹਦੀ ਸਜਾਵਟ ਕੀਤੀ ਆ। ਸੋ ਇਹ ਚੀਜ਼ਾਂ ਸਾਨੂੰ ਬਹੁਤ ਇੰਪੋਰਟੈਂਟ ਆ, ਸਾਨੂੰ ਪਤਾ ਹੋਣੀਆਂ ਚਾਹੀਦੀਆਂ ਹੈ ਕਿ ਇੰਗਲਿਸ਼ ਵਾਲੇ ਵਰਜਨ ਨੂੰ ਕਿੰਨੇ ਸਜਾਇਆ, ਪੰਜਾਬੀ ਹਿੰਦੀ ਵਾਲੇ ਵਰਜਨ ਨੂੰ ਕਿੰਨੇ ਸਜਾਇਆ। ਓਰੀਜਨਲੀ ਇਹਦੀਆਂ 3 ਕਾਪੀਆਂ ਬਣਾਈਆਂ ਗਈਆਂ। ਸੰਵਿਧਾਨ ਸਭਾ ਨੇ ਬਹੁਤ ਮਿਹਨਤ ਨਾਲ ਕੰਮ ਕੀਤਾ। ਸੰਵਿਧਾਨ ਸਭਾ 'ਚ ਕਿਹੜੇ ਮੇਨ ਫੈਕਚੁਅਲ ਸਵਾਲ ਕੌਂਸਟੀਟਿਊਐਂਟ ਅਸੈਂਬਲੀ 'ਚੋਂ ਪੁੱਛੇ ਜਾਣ ਦਾ ਜ਼ਿਆਦਾ ਖਤਰਾ ਹੈ, ਜਾਂ ਕਹਿ ਲਓ ਕਿ ਤੁਹਾਨੂੰ ਪਤਾ ਹੋਣੇ ਚਾਹੀਦੇ ਆ, ਉਹਨਾਂ 'ਤੇ ਆਪਾਂ ਗੱਲ ਕਰ ਲਈ ਹੈ, ਠੀਕ ਆ। ਸੋ 13 ਦਸੰਬਰ 1946 ਨੂੰ ਦੇਖੋ, 7 ਦਸੰਬਰ ਨੂੰ ਸੰਵਿਧਾਨ ਸਭਾ ਬਣੀ, 9 ਨੂੰ ਪਹਿਲੀ ਮੀਟਿੰਗ ਅਤੇ ਟੈਂਪਰੇਰੀ ਪ੍ਰਧਾਨ ਚੁਣਿਆ, 11 ਨੂੰ ਪੱਕਾ ਪ੍ਰਧਾਨ ਚੁਣ ਲਿਆ ਸੀਗਾ 1946। ਇਹ ਤਾਂ ਉਹ ਸਾਲ ਸੀ ਜਦੋਂ ਹਜੇ ਦੇਸ਼ ਨਾਲ ਆਜ਼ਾਦ ਹੋਣ ਨੂੰ ਅਗਲਾ ਸਾਲ ਚੜ੍ਹਨਾ ਸੀ। 13 ਦਸੰਬਰ 1946 ਨੂੰ ਸੰਵਿਧਾਨ ਸਭਾ ਨੇ ਕੀ ਕੀਤਾ, ਉਦੇਸ਼ ਮਤਾ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਓਬਜੈਕਟਿਵ ਰੈਜ਼ੋਲੂਸ਼ਨ, ਕਿ ਸਾਡਾ ਜਿਹੜਾ ਅੱਗੇ ਸੰਵਿਧਾਨ ਬਣੂਗਾ ਉਸ ਦਾ ਖਰੜਾ ਕਿਵੇਂ ਦਾ ਹੋਊਗਾ, ਉਹਦੇ 'ਚ ਕੀ ਹੋਊਗਾ, ਉਹਦਾ ਕਰਕਸ, ਨਿਚੋੜ, ਓਬਜੈਕਟਿਵ ਰੈਜ਼ੋਲੂਸ਼ਨ, ਉਦੇਸ਼ ਮਤਾ ਪੰਡਿਤ ਨਹਿਰੂ ਨੇ ਸੰਵਿਧਾਨ ਸਭਾ 'ਚ ਪੇਸ਼ ਕੀਤਾ। ਕਿਹਨੇ ਪੇਸ਼ ਕੀਤਾ? ਪੰਡਿਤ ਨਹਿਰੂ ਨੇ ਸੰਵਿਧਾਨ ਸਭਾ 'ਚ ਉਹ ਓਬਜੈਕਟਿਵ ਰੈਜ਼ੋਲੂਸ਼ਨ 13 ਦਸੰਬਰ ਨੂੰ ਪੇਸ਼ ਕੀਤਾ। ਅਤੇ ਉਸ ਤੋਂ ਬਾਅਦ ਇਸ ਕਰਕੇ ਠੰਡੇ ਬਸਤੇ 'ਚ ਪਾਤਾ ਕਿ ਹਜੇ ਸੰਵਿਧਾਨ ਸਭਾ 'ਚ ਮੁਸਲਿਮ ਲੀਗ ਵਾਲੇ ਵੀ ਨਹੀਂ ਆਏ ਅਤੇ ਰਾਜੇ ਵੀ ਨਹੀਂ, ਸ਼ਾਇਦ ਆਊ ਜਾਣ, ਮੰਨ ਜਾਣ। ਉਹ ਸਾਲ ਬੀਤਿਆ। ਅਗਲਾ ਸਾਲ 1947 ਦੀ ਜਨਵਰੀ ਚੜ੍ਹੀ। ਲਾਰਡ ਵੇਵਲ ਜਿਹੜਾ ਉਸ ਟਾਈਮ ਗਵਰਨਰ ਜਨਰਲ ਸੀ, ਉਹਨੇ ਮਨਾਉਣ ਦੀ ਕੋਸ਼ਿਸ਼ ਕੀਤੀ। 20 ਜਨਵਰੀ 1947 ਨੂੰ ਸੈਸ਼ਨ ਰੱਖਿਆ ਗਿਆ, ਪਰ ਕੋਈ ਨਹੀਂ ਆਇਆ। 22 ਜਨਵਰੀ ਨੂੰ ਅਗਲਾ ਦਿਨ ਸੈਸ਼ਨ ਰੱਖਿਆ ਗਿਆ। ਆਖਰ ਅੱਕ ਕੇ ਜਿੰਨੇ ਕੁ ਜਾਣੇ ਬੈਠੇ ਸੀ ਉਹਨਾਂ ਨੇ ਸਰਬਸੰਮਤੀ ਨਾਲ ਨੂੰ ਅਡੋਪਟ ਕਰ ਲਿਆ, ਸਵੀਕਾਰ ਕਰ ਲਿਆ, ਅਪਣਾ ਲਿਆ ਕਹਿ ਲਓ, ਠੀਕ ਆ। 22 ਜਨਵਰੀ 1947 ਨੂੰ ਉਹ ਅਡੋਪਟ ਕਰ ਲਿਆ ਗਿਆ। 22 ਜਨਵਰੀ 1947 ਤੋਂ ਬਾਅਦ 20 ਫਰਵਰੀ 1947 ਨੂੰ ਲਾਰਡ ਵੇਵਲ ਦੀ ਛੁੱਟੀ ਹੋ ਗਈ। ਇੰਗਲੈਂਡ ਦੇ ਪ੍ਰਧਾਨ ਮੰਤਰੀ ਕਲੈਮਟ ਐਟਲੀ ਨੇ ਵਾਪਸ ਬੁਲਾ ਲਿਆ ਅਤੇ ਅਖੀਰਲੇ ਗਵਰਨਰ ਜਨਰਲ ਭਾਰਤ ਦੇ ਮਾਊਂਟ ਬੈਟਨ ਨੂੰ ਭੇਜਤਾ ਇੰਡੀਆ। ਉਹ ਇੰਡੀਆ ਆਇਆ, ਉਹਦਾ ਨਾਮ ਸੀ ਡਿੱਕੀ, ਛੋਟਾ ਨਾਮ ਉਹਦਾ ਡਿੱਕੀ ਸੀ ਮਾਊਂਟ ਬੈਟਨ ਦਾ। ਨਹਿਰੂ ਦਾ ਪੱਕਾ ਆੜੀ ਸੀ, ਕਿਉਂਕਿ ਇਕੱਠੇ ਹੀ ਉੱਥੇ ਇੰਗਲੈਂਡ ਦੀ ਕਿਸੇ ਯੂਨੀਵਰਸਿਟੀ 'ਚ, ਕੈਂਬਰਿਜ 'ਚ ਆਈ ਥਿੰਕ ਪੜ੍ਹੇ ਸੀ। ਖੈਰ ਆ ਜਾਓ ਆਪਾਂ ਆਪਣੇ ਮਸਲੇ 'ਤੇ ਆਉਂਦੇ ਵਾਪਸ। ਜਦੋਂ ਉਹ ਵਾਪਸ ਆਇਆ 1947 'ਚ, ਸੌਰੀ ਉਹ ਇੰਡੀਆ ਆਇਆ, ਉਹਨੇ ਇੰਡੀਆ ਦੇ ਵੰਡਣ ਨੂੰ ਲੈ ਕੇ 1-2 ਪਲਾਨ ਪੇਸ਼ ਕੀਤੇ, ਕਿਸੇ ਨੂੰ ਪਸੰਦ ਨਹੀਂ ਆਏ। 3 ਜੂਨ ਨੂੰ ਉਹ ਮਾਊਂਟ ਬੈਟਨ ਪਲਾਨ ਲੈ ਕੇ ਆਇਆ। ਉੱਤੇ ਆਖਰਕਾਰ ਸਹਿਮਤੀ ਬਣ ਗਈ। ਉਹਨੂੰ ਮਾਊਂਟ ਬੈਟਨ ਪਲਾਨ ਕਹਿੰਦੇ ਆ, ਜਿਹਦੇ 'ਚ ਭਾਰਤ ਅਤੇ ਪਾਕਿਸਤਾਨ ਬਣਨਗੇ। ਪਾਕਿਸਤਾਨ ਨੂੰ ਭਾਰਤ ਦੇ ਦੋਵੇਂ ਪਾਸਿਓਂ ਜ਼ਮੀਨ ਮਿਲੂਗੀ, ਠੀਕ ਆ। ਕਿਹੜੇ ਪਾਸਿਓਂ? ਇਸ ਪਾਸੇ ਵਾਲੇ ਨੂੰ ਕਿਹਾ ਜਾਊਗਾ ਪੱਛਮੀ ਪਾਕਿਸਤਾਨ, ਅਤੇ ਇੱਥੇ ਮਿਲੂਗੀ ਪੂਰਬੀ ਪਾਕਿਸਤਾਨ, ਜਿਹੜਾ ਕਿ 1971 'ਚ ਲੜਾਈ ਤੋਂ ਬਾਅਦ 1972 ਦੀ ਜਨਵਰੀ 'ਚ ਬੰਗਲਾਦੇਸ਼ ਬਣ ਗਿਆ ਇਹਨਾਂ ਤੋਂ ਆਜ਼ਾਦ ਹੋ ਕੇ। ਪਰ ਉਦੋਂ ਪਾਕਿਸਤਾਨ ਨੂੰ ਦੋਵੇਂ ਪਾਸੇ ਜ਼ਮੀਨ ਮਿਲੀ। ਕਮਿਸ਼ਨ ਬਿਠਾਇਆ ਗਿਆ, ਰੈੱਡ ਕਲਿਫ, ਉਹਨੇ ਇਹ ਬਾਉਂਡਰੀ ਫਿਕਸ ਕੀਤੀ, ਭਾਰਤ ਦੇ ਪਾਕਿਸਤਾਨ ਦੇ ਵਿਚਲੀ ਬਾਉਂਡਰੀ ਫਿਕਸ ਕੀਤੀ। ਖੈਰ ਇਹ ਤਾਂ ਆਪਣੀ ਹਿਸਟਰੀ ਦੀਆਂ ਗੱਲਾਂ ਨੇ, ਉਹ ਪੋਲੀਟਿਕਸ ਕਿਸੇ ਕੰਮ ਨਹੀਂ ਆਉਣੀਆਂ, ਇਹ ਤਾਂ ਤੁਸੀਂ ਉੱਥੇ ਵੀ ਪੜ੍ਹੋਗੇ। ਖੈਰ ਆ ਜਾਓ ਆਪਾਂ ਆਪਣੇ ਮਸਲੇ 'ਤੇ ਚੱਲਦੇ ਹਾਂ। ਮਈ ਤੋਂ ਬਾਅਦ ਦੋਵਾਂ ਲੀਡਰਾਂ ਦੇ ਸਾਈਨ ਕਰਾ ਲਏ, ਮੁਸਲਿਮ ਲੀਗ ਦੇ ਲੀਡਰ ਜਿਨ੍ਹਾਂ ਦੇ, ਅਤੇ ਕਾਂਗਰਸ ਦੇ ਲੀਡਰ ਨਹਿਰੂ ਦੇ, ਅਤੇ ਹੋਰ ਵੀ ਬਣੇ ਲੋਕਾਂ ਦੇ। ਇਸ ਮਤੇ ਨੂੰ ਮਾਊਂਟ ਬੈਟਨ ਨੇ ਇੰਗਲੈਂਡ ਭੇਜਤਾ। ਇੰਗਲੈਂਡ ਦੀ ਸੰਸਦ ਨੇ 19 ਜੁਲਾਈ 1947 ਨੂੰ ਮਤਾ ਪਾਸ ਕਰਕੇ ਕਹਿਤਾ ਕਿ ਜਿਵੇਂ ਕਿ ਅਸੀਂ ਪਹਿਲਾਂ ਕਹਿ ਰਹੇ ਸੀ ਕਿ ਭਾਰਤ ਨੂੰ ਜੁਲਾਈ 1948 'ਚ ਆਜ਼ਾਦ ਕਰ ਦਿੱਤਾ ਜਾਊਗਾ, ਪਰ ਹੁਣ ਅਸੀਂ ਭਾਰਤ ਨੂੰ 1947 'ਚ ਹੀ ਆਜ਼ਾਦ ਕਰਾਂਗੇ। ਜਦੋਂ ਮਾਊਂਟ ਬੈਟਨ 20 ਫਰਵਰੀ 1947 ਨੂੰ ਭਾਰਤ ਆਇਆ ਸੀ ਨਾ, ਉਦੋਂ ਹੀ ਉਹਨੂੰ ਕਹਿ ਕੇ ਭੇਜਿਆ ਸੀ ਕਿ ਜੁਲਾਈ 1948 'ਚ ਭਾਰਤ ਆਜ਼ਾਦ ਹੋਣਾ ਚਾਹੀਦਾ ਹੈ। ਪਰ ਹੁਣ ਭਾਰਤ ਦੀ ਆਜ਼ਾਦੀ ਅਗਲੇ ਮਹੀਨੇ ਹੀ ਫਿਕਸ ਕਰਤੀ ਇਹਨਾਂ ਨੇ। 19 ਜੁਲਾਈ 1947 ਨੂੰ ਇੰਗਲੈਂਡ ਦੀ ਪਾਰਲੀਮੈਂਟ ਨੇ ਭਾਰਤ ਦੀ ਆਜ਼ਾਦੀ ਦਾ ਐਕਟ, ਇੰਡੀਅਨ ਇੰਡੀਪੈਂਡੈਂਸ ਐਕਟ ਪਾਸ ਕਰਤਾ, ਅਤੇ ਇੰਡੀਆ 'ਚ ਖਬਰ ਆ ਗਈ।
ਭਾਰਤ ਦੀ ਸੰਵਿਧਾਨ ਸਭਾ ਨੂੰ ਹੁਣ ਪਤਾ ਲੱਗ ਗਿਆ ਕਿ ਅਸੀਂ ਸਿਰਫ ਲੀਗ ਦੀ ਜਿਹੜੇ ਲੋਕ ਹੁਣ ਪਾਕਿਸਤਾਨ ਭੱਜ ਜਾਣਗੇ, ਕਿਉਂਕਿ ਵੱਖਰਾ ਦੇਸ਼ ਬਣ ਗਿਆ। ਲੀਗ ਦੇ ਲੋਕਾਂ ਨੂੰ ਹੁਣ ਪਤਾ ਲੱਗ ਗਿਆ ਕਿ ਹੁਣ ਸਾਨੂੰ ਇਸ ਸੰਵਿਧਾਨ ਸਭਾ 'ਚ ਬਹਿਣ ਦੀ ਲੋੜ ਨਹੀਂ, ਜਿਹੜੀ ਪਾਕਿਸਤਾਨ 'ਚ ਨਵੀਂ ਸੰਵਿਧਾਨ ਸਭਾ ਬਣੂ ਅਸੀਂ ਉਹਦੇ 'ਚ ਜਾਵਾਂਗੇ। ਅਤੇ ਗੌਰ ਕਰਨ ਵਾਲੀ ਗੱਲ ਇਹ ਆ, ਇਸ ਸੰਵਿਧਾਨ ਸਭਾ ਨੇ ਨੋਟ ਕਰ ਲਿਓ ਗੱਲਾਂ, 22 ਜੁਲਾਈ 1947 ਨੂੰ ਭਾਰਤ ਦੇ ਉਸ ਝੰਡੇ ਨੂੰ ਸਵੀਕਾਰ ਕਰ ਲਿਆ, ਅਪਣਾ ਲਿਆ, ਜਿਹਦੇ 'ਚ ਕੇਸਰੀ, ਚਿੱਟਾ ਅਤੇ ਹਰਾ ਰੰਗ ਸੀ। ਲੰਬਾਈ ਅਤੇ ਚੜਾਈ ਦਾ ਅਨੁਪਾਤ 3:2। ਖੱਦਰ ਦੇ ਕੱਪੜੇ ਦਾ ਵੈਨਕਿਆ ਪਿੰਗਾਲੀ, ਜਿਹੜੇ ਕਿ ਇੱਕ ਬਹੁਤ ਵੱਡੇ ਗਾਂਧੀਵਾਦੀ ਸੀ, ਉਹਨਾਂ ਦੁਆਰਾ ਤਿਆਰ ਕੀਤਾ ਗਿਆ ਝੰਡਾ ਸੀ। ਉਹਨੂੰ ਇਹਨਾਂ ਨੇ 22 ਜੁਲਾਈ 1947 ਨੂੰ ਸੰਵਿਧਾਨ ਸਭਾ ਨੇ ਸਵੀਕਾਰ ਕਰ ਲਿਆ ਅਤੇ ਇਹ ਫੈਸਲਾ ਕੀਤਾ ਕਿ ਆਉਣ ਵਾਲੀ 15 ਅਗਸਤ ਨੂੰ, ਜਿਸ ਦਿਨ ਆਜ਼ਾਦੀ ਮਨਾਈ ਜਾਊਗੀ, ਇਹਨੂੰ ਚੜ੍ਹਾਇਆ ਜਾਊਗਾ ਝੰਡੇ ਨੂੰ। ਸੋ ਇਸ ਤਰੀਕੇ ਨਾਲ 15 ਅਗਸਤ 1947 ਆ ਗਿਆ। ਨਹਿਰੂ ਨੇ ਇੱਕ ਸਪੀਚ ਦਿੱਤੀ, ਠੀਕ ਆ, ਜਿਹਨੂੰ ਕਹਿੰਦੇ ਆ ਕਿਸਮਤ ਨਾਲ ਗੱਲਬਾਤ, ਟ੍ਰਿਸਟ ਵਿਦ ਡੈਸਟਨੀ। 14 ਅਗਸਤ ਦੀ ਰਾਤ 12 ਵਜੇ ਜਦੋਂ 15 ਅਗਸਤ ਚੜ੍ਹੀ ਤਾਂ ਇਹ ਸਪੀਚ ਦੇ ਦਿੱਤੀ ਗਈ ਅਤੇ ਉਸ ਤੋਂ ਬਾਅਦ ਭਾਰਤ ਆਜ਼ਾਦ ਹੋ ਗਿਆ। ਖੈਰ, ਉਸ ਤੋਂ ਬਾਅਦ ਫਿਰ ਭਾਰਤ ਜਦੋਂ ਆਜ਼ਾਦ ਹੋਇਆ, ਫਿਰ ਸਪੀਡ ਬਣੀ ਭਾਰਤ ਦੇ ਸੰਵਿਧਾਨ ਨੂੰ ਲਿਖਣ ਦੀ। 15 ਅਗਸਤ 1947 ਤੋਂ ਬਾਅਦ ਇੱਕ ਤਰੀਕ ਆਈ, 29 ਅਗਸਤ 1947। 29 ਅਗਸਤ 1947 ਜਦੋਂ ਭਾਰਤ ਦੇ ਵਿੱਚ ਤਾਬੜ ਤੋੜ ਸੰਵਿਧਾਨ ਸਭਾ ਨੇ ਦਬਾ ਦਬ ਕਮੇਟੀਆਂ ਬਣਾਈਆਂ, ਕੁਛ ਮੁੱਖ, ਕੁਛ ਮੇਨ ਕਮੇਟੀਆਂ, ਕੁਛ ਮਾਈਨਰ ਕਮੇਟੀਆਂ, ਛੋਟੀਆਂ ਕਮੇਟੀਆਂ ਨੂੰ ਕੰਮ ਦਿੱਤੇ ਕਿ ਭਈ ਤੂੰ ਆਹ ਕੰਮ ਕਰਨਾ, ਤੂੰ ਬੁਨਿਆਦੀ ਅਧਿਕਾਰ ਲਿਖਣੇ ਆ, ਫੰਡਾਮੈਂਟਲ ਰਾਈਟਸ, ਤੂੰ ਬਈ ਦਲਿਤਾਂ 'ਤੇ ਲਿਖਣਾ ਹੈ, ਤੂੰ ਸ਼ਡਿਊਲ ਟਰਾਈਬਸ ਦੇ ਐਕਟ ਲਿਖਣੇ ਆ, ਤੂੰ ਆਹ ਲਿਖਣਾ ਹੈ, ਤੂੰ ਸੈਂਟਰ ਦੇ ਰਿਲੇਸ਼ਨ ਫਲਾਂ। ਫਿਰ ਇਹਨਾਂ ਨੂੰ ਇਕੱਠੇ ਕਰਕੇ ਸੰਵਿਧਾਨ ਬਣਿਆ ਸੀਗਾ। ਸਭ ਤੋਂ ਮੇਨ 29 ਅਗਸਤ ਨੂੰ ਵੈਸੇ ਤਾਂ ਬੜੀਆਂ ਕਮੇਟੀਆਂ ਬਣੀਆਂ, ਕਹਿੰਦੇ ਆ 8 ਮੁੱਖ ਅਤੇ 15 ਅਨਇੰਪੋਰਟੈਂਟ ਮਾਈਨਰ ਕਮੇਟੀਆਂ ਬਣੀਆਂ। ਉਹਨਾਂ 8 ਚੋਂ ਇੱਕ ਕਮੇਟੀ ਦਾ ਸਾਰੇ ਕਹਿੰਦੇ ਆ ਡਰਾਫਟ ਕਮੇਟੀ, ਜਿੰਨੇ ਸੰਵਿਧਾਨ ਨੂੰ ਡਰਾਫਟ ਕਰਨਾ ਸੀ, ਜਿਹਦੀ ਅਧਿਅਕਸ਼ਤਾ ਅੰਬੇਦਕਰ ਸਾਹਿਬ ਨੇ ਕੀਤੀ। ਉਹ ਕਮੇਟੀ ਸਭ ਤੋਂ ਇੰਪੋਰਟੈਂਟ ਕਮੇਟੀ ਆ, ਠੀਕ ਆ। 29 ਅਗਸਤ ਨੂੰ ਕਈ ਕਮੇਟੀਆਂ ਬਣੀਆਂ, ਜਿਹੜੀਆਂ 8 ਮੇਜਰ ਕਮੇਟੀਆਂ ਹੈ, ਉਹਨਾਂ ਸਭ ਦੇ ਚੇਅਰਮੈਨਾਂ ਦੇ ਨਾਮ ਰਟੇ ਹੋਣੇ ਚਾਹੀਦੇ, ਮੈਂ ਪੜ੍ਹਾਉਣੇ ਅੱਗੇ। ਖੈਰ, ਇਹ ਸੰਵਿਧਾਨ ਜਿਹੜਾ ਸੀ ਨਾ, ਜਿਹੜਾ 29 ਅਗਸਤ ਨੂੰ ਕਮੇਟੀਆਂ ਦੇ ਬਣਨ ਤੋਂ ਬਾਅਦ ਸ਼ੁਰੂ ਹੋਇਆ ਬਣਨਾ। ਵੈਸੇ ਤਾਂ ਸੰਵਿਧਾਨ ਦੇ ਬਣਨ ਦੀ ਪਹਿਲੀ ਤਰੀਕ ਮੈਂ 9 ਦਸੰਬਰ 1946 ਕਹੂੰਗਾ, ਪਰ ਅਸਲੀ ਸਪੀਡ ਉਦੋਂ ਫੜੀ। ਅਤੇ ਜਦੋਂ ਤੱਕ ਸੰਵਿਧਾਨ ਬਣ ਕੇ ਤਿਆਰ ਹੋਇਆ, ਤਕਰੀਬਨ 26 ਨਵੰਬਰ 1949 ਨੂੰ, ਉਦੋਂ ਤੱਕ 9 ਦਸੰਬਰ ਤੋਂ ਗਿਣੀਏ ਤਾਂ 2 ਸਾਲ 11 ਮਹੀਨੇ ਅਤੇ 18 ਦਿਨ, ਇਹਦੇ 'ਚ ਕੁੱਲ 11 ਸੈਸ਼ਨ ਲੱਗੇ ਅਤੇ 299 ਮੈਂਬਰ ਸੀ ਸੰਵਿਧਾਨ ਸਭਾ ਦੇ। ਤੁਸੀਂ ਕਹੋ ਕਿ ਮੈਂ ਤਾਂ 399 ਪੜ੍ਹਾਏ ਸੀਗੇ, ਫਿਰ ਇਹ 299 ਕਿਉਂ ਰਹਿ ਗਏ? ਕਿਉਂਕਿ 299 ਤਾਂ ਰਹਿ ਗਏ ਕਿ 15 ਅਗਸਤ 1947 ਤੋਂ ਬਾਅਦ ਜਿਹੜੇ ਪਾਕਿਸਤਾਨ ਦੇ ਮੈਂਬਰ ਸੀ, ਉਹ ਲੀਗ ਦੇ ਮੈਂਬਰ, ਜਿਹੜਾ ਏਰੀਆ ਪਾਕਿਸਤਾਨ 'ਚ ਆਇਆ ਸੀ ਉਹ ਪਾਕਿਸਤਾਨ ਚਲੇ ਗਿਆ। ਜਿਹੜਾ ਏਰੀਆ ਪਾਕਿਸਤਾਨ ਆਇਆ ਸੀ ਉਹ ਪਾਕਿਸਤਾਨ ਦੇ ਹਿੱਸੇ ਚਲੇ ਗਿਆ, ਗੌਰ ਕਰਿਓ। ਅਤੇ ਜਿਹੜੀਆਂ ਰਿਆਸਤਾਂ ਭਾਰਤ 'ਚ ਨਹੀਂ ਆਈਆਂ, ਪਾਕਿਸਤਾਨ 'ਚ ਚਲੇ ਗਈਆਂ, ਉਹਨਾਂ ਦੇ ਮੈਂਬਰ ਵੀ ਘਟ ਗਏ। ਇਸ ਕਰਕੇ 399 ਮੈਂਬਰਾਂ ਦੀ ਗਿਣਤੀ ਸੀ ਅਤੇ 299 ਰਹਿ ਗਈ ਸੀ 15 ਅਗਸਤ 1947 ਤੋਂ ਬਾਅਦ। ਅਤੇ ਇਹ ਸਾਰੀ ਫਿਰ ਸੰਵਿਧਾਨ ਸਭਾ 'ਚ ਆਉਣ ਲੱਗ ਪਏ, ਜਿਸ ਦਿਨ 26 ਨਵੰਬਰ 1949 ਨੂੰ, ਮਤਲਬ ਕਿ 9 ਦਸੰਬਰ 1946 ਤੋਂ 2 ਸਾਲ 11 ਮਹੀਨੇ ਅਤੇ 18 ਦਿਨਾਂ ਬਾਅਦ 11 ਸੈਸ਼ਨ ਲਾ ਕੇ ਜਦੋਂ ਸੰਵਿਧਾਨ ਬਣਿਆ ਤਾਂ ਸਿਰਫ 284 ਮੈਂਬਰਾਂ ਨੇ ਸਾਈਨ ਕੀਤੇ, ਬਾਕੀ ਡੈਥ ਹੋ ਗਈ ਜਾਂ ਕੁਛ ਵੀ ਹੋ ਗਿਆ। ਇਸ ਤਰੀਕੇ ਨਾਲ ਇਹ ਸਾਰਾ ਕੁਛ ਹੋਇਆ ਸੀਗਾ। ਸੋ ਅਸਲ ਦੇ ਵਿੱਚ ਇਹ ਗੱਲ ਸਾਨੂੰ ਸਾਰਿਆਂ ਨੂੰ ਸਮਝ ਆ ਗਿਆ ਕਿ ਸੰਵਿਧਾਨ ਨੂੰ 26 ਨਵੰਬਰ 1949 ਨੂੰ ਸੰਵਿਧਾਨ ਅਪਣਾਇਆ ਗਿਆ, ਠੀਕ ਆ। ਇਸ ਤਰੀਕੇ ਨਾਲ ਸੰਵਿਧਾਨ ਨੂੰ ਅਪਣਾ ਲਿਆ ਗਿਆ। ਸੋ ਖੈਰ, 64 ਲੱਖ ਰੁਪਈਆ ਸੰਵਿਧਾਨ ਦੇ ਬਣਨ 'ਤੇ ਖਰਚਾ ਆਇਆ। ਹੁਣ ਇਹ ਵੀ ਮੈਂ ਦੱਸਦਾ ਕਿ ਸੰਵਿਧਾਨ ਜਿਹੜਾ ਸੀਗਾ ਉਹ ਕਿੰਨੀ ਤਰੀਕ ਨੂੰ ਬਣ ਕੇ ਤਿਆਰ ਹੋ ਗਿਆ ਸੀ। 26 ਨਵੰਬਰ 1949 ਨੂੰ ਬਣ ਕੇ ਤਿਆਰ ਹੋ ਗਿਆ। ਜਿਸ ਦਿਨ ਸੰਵਿਧਾਨ ਬਣ ਕੇ ਤਿਆਰ ਹੋ ਗਿਆ ਉਸ ਦਿਨ ਇਹਨੂੰ ਅਪਣਾ ਵੀ ਲਿਆ ਗਿਆ, ਅਡੋਪਟ ਵੀ ਕਰ ਲਿਆ, ਪਰ ਲਾਗੂ ਨਹੀਂ ਕੀਤਾ। ਭਾਰਤ ਦੇ ਆਜ਼ਾਦੀ ਦੀ ਲੜਾਈ ਦੇ ਦੌਰਾਨ 1930 ਦੇ ਵਿੱਚ ਇੱਕ ਤਰੀਕ ਬੜੀ ਮਸ਼ਹੂਰ ਹੋਈ ਸੀ, 26 ਜਨਵਰੀ। ਇਸ ਦਿਨ ਅਸੀਂ ਪੂਰਨ ਸਵਰਾਜ ਮਨਾਇਆ ਸੀ ਆਜ਼ਾਦੀ ਵਾਸਤੇ। ਇਸ ਤਰੀਕ ਦੀ ਅਹਿਮੀਅਤ ਨੂੰ ਘਟ ਨਾ ਜਾਵੇ, ਇਸ ਕਰਕੇ 26 ਨਵੰਬਰ ਨੂੰ ਇਹ ਫੈਸਲਾ ਕੀਤਾ ਗਿਆ ਕਿ ਲਾਗੂ ਸੰਵਿਧਾਨ ਆਪਾਂ 26 ਜਨਵਰੀ ਨੂੰ 2 ਮਹੀਨੇ ਬਾਅਦ ਕਰਦੇ ਹਾਂ। 26 ਜਨਵਰੀ 1950 ਨੂੰ ਅਗਲੇ ਸਾਲ 2 ਮਹੀਨੇ ਤਾਂ ਰਹਿ ਗਏ। ਪਰ ਕਿਸੇ ਨੇ ਕਿਹਾ ਸਰ ਕਈ ਚੀਜ਼ਾਂ ਇਹੋ ਜਿਹੀਆਂ ਜਿਹੜੀਆਂ ਅੱਜ ਤੋਂ ਲਾਗੂ ਕਰ ਦਈਏ। ਕਹਿੰਦੇ ਕਿਹੜੀਆਂ? ਉਹ ਕਹਿੰਦੇ ਪਾਕਿਸਤਾਨ 'ਚੋਂ ਕਈ ਰਿਫਿਊਜੀ ਭਾਰਤ ਆ ਰਹੇ, ਉਹਨਾਂ ਨੂੰ ਉਹਨਾਂ ਦੀ ਨਾਗਰਿਕਤਾ ਨਹੀਂ ਪਤਾ ਲੱਗ ਰਿਹਾ। ਇਲੈਕਸ਼ਨ ਕਮਿਸ਼ਨ ਨੂੰ ਆਪਾਂ ਕਿਹਾ ਵੋਟਾਂ ਪਵਾਓ, ਉਹਨਾਂ ਨੂੰ ਆਪਣੇ ਅਧਿਕਾਰ ਨਹੀਂ ਪਤਾ ਲੱਗ ਰਹੇ। ਕਹਿੰਦੇ ਜਿਹੜੇ ਭਾਰਤ ਦੇ ਸੰਵਿਧਾਨ ਦੇ ਆਰਟੀਕਲ ਯਾਨੀ ਕਿ ਅਨੁਛੇਦ
ਇਲੈਕਸ਼ਨ ਕਮਿਸ਼ਨ ਨਾਲ, ਨਾਗਰਿਕਤਾ ਨਾਲ ਸੰਬੰਧਿਤ ਨੇ, ਉਹ ਅੱਜ ਤੋਂ ਹੀ ਲਾਗੂ ਕਰ ਤੋਂ 26 ਨਵੰਬਰ ਤੋਂ ਹੀ। ਬਾਕੀ ਸਾਰੇ ਜਿਹੜੇ ਬਾਕੀ ਆਰਟੀਕਲਸ ਨੇ ਉਹ ਬਾਕੀ ਸੰਵਿਧਾਨ ਆਪਾਂ 26 ਜਨਵਰੀ 1950 ਨੂੰ ਲਾਗੂ ਕਰਾਂਗੇ। ਅਤੇ ਉਸ ਦਿਨ ਅਸੀਂ ਆਪਣਾ ਦੇਸ਼ ਦਾ ਰਾਸ਼ਟਰਪਤੀ ਵੀ ਚੁਣ ਲਾਂਗੇ, ਲੀਡਰ ਵੀ ਚੁਣ ਲਾਂਗੇ, ਠੀਕ ਆ। ਅਤੇ ਜਦੋਂ ਅਸੀਂ ਆਪਣੇ ਦੇਸ਼ ਦਾ ਲੀਡਰ ਚੁਣਾਂਗੇ ਉਸ ਦਿਨ ਅਸੀਂ ਗਣਰਾਜ ਹੋ ਜਾਵਾਂਗੇ। ਲੀਡਰ ਤੁਹਾਡੇ ਦੇਸ਼ ਦਾ ਮੁਖੀ ਚੁਣਿਆ ਹੋਊਗਾ ਤਾਂ ਤੁਸੀਂ ਗਣਰਾਜ ਹੋ ਜਾਓਗੇ। ਗਣਰਾਜ ਹੋਣ ਦਾ ਮਤਲਬ ਇਹ ਹੁੰਦਾ ਹੈ, ਗਣਰਾਜ ਹੋਣ ਦਾ ਮਤਲਬ ਇਹ ਹੁੰਦਾ ਹੈ ਕਿ ਤੁਸੀਂ ਦੇਸ਼ ਦੇ ਰਾਸ਼ਟਰਪਤੀ ਨੂੰ ਚੁਣ ਲਿਆ। ਸੋ ਇਹ ਚੀਜ਼ ਇੱਥੇ ਬਹੁਤ ਇੰਪੋਰਟੈਂਟ ਆ ਕਿ ਤੁਸੀਂ ਆਪਣੇ ਦੇਸ਼ ਦੇ ਰਾਸ਼ਟਰਪਤੀ ਨੂੰ ਉਦਣ ਹੀ ਚੁਣ ਲਾਂਗੇ ਆਪਾਂ, ਨਾਲੇ ਉਦਣ ਹੀ ਆਪਾਂ ਆਪਣਾ ਸੰਵਿਧਾਨ ਅਡੋਪਟ ਕਰ ਲਾਂਗੇ, ਸੰਵਿਧਾਨ ਨੂੰ ਲਾਗੂ ਕਰ ਲਾਂਗੇ। ਅਡੋਪਟ ਤਾਂ ਕਰ ਲਿਆ, ਅਪਣਾ ਤਾਂ ਲਿਆ, ਲਾਗੂ ਉਦਣ ਕਰਾਂਗੇ ਆਪਾਂ। ਖੈਰ ਆ ਜਾਓ, ਕਹਿੰਦੇ ਹੁਣ ਜਦੋਂ 26 ਜਨਵਰੀ 1949 ਇੱਥੇ 26 ਆ ਜੀ, 26 ਨਵੰਬਰ 1949 ਨੂੰ ਸੰਵਿਧਾਨ ਅਡੋਪਟ ਕਰ ਲਿਆ, 64 ਲੱਖ ਰੁਪਈਆ ਵੀ ਖਰਚਤਾ। ਹੁਣ ਜਦੋਂ 26 ਜਨਵਰੀ 1950 ਨੂੰ ਸੰਵਿਧਾਨ ਲਾਗੂ ਕਰਨਾ ਸੀ, ਉਸ ਤੋਂ 2 ਦਿਨ ਪਹਿਲਾਂ ਸਾਨੂੰ ਯਾਦ ਆਇਆ 24 ਜਨਵਰੀ ਨੂੰ ਕਿ ਯਾਰ ਅਸੀਂ ਤਾਂ ਆਪਣੇ ਦੇਸ਼ 'ਚ ਨਾ ਤਾਂ ਕੋਈ ਰਾਸ਼ਟਰੀ ਗੀਤ, ਨਾ ਕੋਈ ਰਾਸ਼ਟਰੀ ਗਾਣ ਲਿਖਿਆ, ਬਸ ਇੱਕ ਰਾਸ਼ਟਰੀ ਝੰਡਾ ਹੀ 22 ਜੁਲਾਈ 1947 ਨੂੰ ਅਡੋਪਟ ਕਰਿਆ ਸੀ, ਅਪਣਾਇਆ ਸੀ। ਸਾਡਾ ਕੋਈ ਰਾਸ਼ਟਰੀ ਗੀਤ ਨਹੀਂ। ਫਿਰ ਇੱਕ ਅਸੀਂ ਸਪੈਸ਼ਲ 12ਵਾਂ ਸੈਸ਼ਨ ਬੁਲਾਇਆ ਅਤੇ ਅਸੀਂ 24 ਜਨਵਰੀ 1950 ਨੂੰ ਆਪਣੇ ਦੇਸ਼ ਦਾ ਨੈਸ਼ਨਲ ਐਂਥਮ, ਰਾਸ਼ਟਰੀ ਗਾਨ ਜਨ ਗਣ ਮਨ ਨੂੰ ਅਡੋਪਟ ਕੀਤਾ, ਜਿਹੜਾ ਆਜ਼ਾਦੀ ਦੀ ਲੜਾਈ ਦੇ ਦੌਰਾਨ 1911 'ਚ ਪਹਿਲੀ ਵਾਰ ਕਲਕੱਤਾ ਕਾਂਗਰਸ ਦੇ ਅਧਿਵੇਸ਼ਨ 'ਚ ਗਾਇਆ ਗਿਆ ਸੀ। ਕਾਂਗਰਸ ਦੇ ਇੱਕ ਸੈਸ਼ਨ 'ਚ ਗਾਇਆ ਗਿਆ ਸੀ। ਗਾਉਣ ਵਾਲਾ ਅਤੇ ਲਿਖਣ ਵਾਲਾ ਇੱਕੋ ਹੀ ਸ਼ਖਸ ਸੀ, ਰਵਿੰਦਰ ਨਾਥ ਟੈਗੋਰ, ਠੀਕ ਆ। ਸੋ ਰਵਿੰਦਰ ਨਾਥ ਟੈਗੋਰ, ਹਾਂ ਆਫਿਸ ਆ ਜਾਓ ਯਾਰ, ਆਫਿਸ ਹੈ ਮੈਂ। ਤਾਂ ਉਸ ਤੋਂ ਬਾਅਦ ਨੈਕਸਟ ਅਗਲੀ ਚੀਜ਼ ਆ ਗਈ ਆਪਣੇ ਕੋਲ। 1 ਮਿੰਟ ਦਿਓ ਮੈਨੂੰ, ਮੈਂ ਹਾਂਜੀ। ਸੋ ਉਮੀਦ ਕਰਦਾ ਕਿ ਇਹ ਸਾਰੀ ਕਹਾਣੀ ਸਮਝ ਆ ਗਈ ਹੋਊਗੀ। ਸੋ 24 ਜਨਵਰੀ ਨੂੰ ਅਸੀਂ ਆਪਣੇ ਦੇਸ਼ ਦਾ ਰਾਸ਼ਟਰੀ ਗਾਣ ਸਵੀਕਾਰ ਕਰ ਲਿਆ, ਅਡੋਪਟ ਕਰ ਲਿਆ, ਅਪਣਾ ਲਿਆ। ਕਿਹਨੂੰ ਅਪਣਾਇਆ? ਅਸੀਂ ਆਪਣੇ ਦੇਸ਼ ਦਾ ਰਾਸ਼ਟਰੀ ਗਾਣ ਅਪਣਾ ਲਿਆ, ਜਨ ਗਣ ਮਨ, ਜਿਹਨੂੰ ਲਿਖਿਆ ਅਤੇ ਗਾਇਆ ਪਹਿਲੀ ਵਾਰ 1911 'ਚ ਕਾਂਗਰਸ ਦੇ ਕਲਕੱਤੇ ਵਾਲੇ ਸੈਸ਼ਨ 'ਚ, ਅਧਿਵੇਸ਼ਨ ਦੇ ਵਿੱਚ ਰਵਿੰਦਰ ਨਾਥ ਟੈਗੋਰ ਨੇ ਸੀ। ਅਸੀਂ ਇਸੇ ਦਿਨ ਹੀ ਆਪਣਾ ਰਾਸ਼ਟਰੀ ਗੀਤ ਵੀ ਸਵੀਕਾਰ ਕਰ ਲਿਆ, ਨੈਸ਼ਨਲ ਸੌਂਗ, ਜਿਹਨੂੰ ਲੈ ਕੇ ਕੋਈ ਪ੍ਰੋਟੋਕੋਲ ਜਾਂ ਨਿਯਮ ਨਹੀਂ ਹੁੰਦੇ, ਉਹ ਰਾਸ਼ਟਰੀ ਗੀਤ ਹੁੰਦਾ ਹੈ। ਜਿਹਨੂੰ ਨਿਯਮਾਂ 'ਚ ਗਾਇਆ ਜਾਂਦਾ ਉਹ ਗਾਣ ਹੁੰਦਾ ਹੈ। ਇਹ ਅਸੀਂ ਗਾਇਆ ਬੰਦੇ ਮਾਤਰਮ। ਬੰਦੇ ਮਾਤਰਮ ਨੂੰ ਸਵੀਕਾਰ ਕੀਤਾ, ਜਿਹਨੂੰ ਪਹਿਲੀ ਵਾਰ ਕਾਂਗਰਸ ਦੇ 1896 ਦੇ ਉਹ ਵੀ ਕਲਕੱਤੇ ਵਾਲੇ ਸੈਸ਼ਨ 'ਚ ਹੀ ਗਾਇਆ ਗਿਆ ਸੀ। ਗਾਉਣ ਵਾਲਾ ਰਵਿੰਦਰ ਨਾਥ ਟੈਗੋਰ ਹੀ ਸੀ, ਲਿਖਣ ਵਾਲਾ ਬੰਕਿਮ ਚੰਦਰ ਚਟੋਪਾਧਿਆਏ ਸੀ। ਇਹ ਗਾਣਾ ਬੰਕਿਮ ਚੰਦਰ ਚਟੋਪਾਧਿਆਏ ਨੇ ਆਪਣੇ ਨਾਵਲ ਆਨੰਦ ਮੱਠ 'ਚ ਲਿਖਿਆ ਸੀ। ਆਨੰਦ ਮੱਠ, ਜਿਹਨੂੰ ਉਹਨਾਂ ਨੇ 1882 'ਚ ਰਿਲੀਜ਼ ਕੀਤਾ ਸੀ। ਆਨੰਦ ਮੱਠ ਉਹਨਾਂ ਨੇ 1882 'ਚ ਰਿਲੀਜ਼ ਕੀਤਾ ਸੀ, ਜਿਹੜਾ ਕਿ 1856 'ਚ ਹੋਏ ਭਾਰਤ ਦੇ ਵਿੱਚ, 56 'ਚ 1856 1856 'ਚ ਹੋਏ ਭਾਰਤ 'ਚ ਸੰਨਿਆਸੀ ਬਗਾਵਤ, ਸੰਨਿਆਸੀ ਰਿਵੋਲਟ ਹੋਇਆ ਸੀ। ਸੰਨਿਆਸੀ ਬਾਬਿਆਂ ਨੇ ਅੰਗਰੇਜ਼ਾਂ ਦੇ ਖਿਲਾਫ ਮੈਡਲ ਪਾਤਾ ਸੀ। 1857 ਵਾਲੇ ਰਿਵੋਲਟ ਤੋਂ ਵੀ 1 ਸਾਲ ਪਹਿਲਾਂ ਉਹਦੇ 'ਤੇ ਆਧਾਰਿਤ ਸੀ। ਲਿਖਿਆ ਆਨੰਦ ਮੱਠ ਨਾਵਲ 1882 'ਚ ਸੀ। ਉਹਦੇ 'ਚੋਂ ਚੱਕਿਆ ਹੋਇਆ ਗਾਣਾ ਬੰਕਿਮ ਚੰਦਰ ਚਟੋਪਾਧਿਆਏ ਦਾ ਲਿਖਿਆ ਰਵਿੰਦਰ ਨਾਥ ਟੈਗੋਰ ਨੇ ਹੀ 1896 ਦੇ ਕਾਂਗਰਸ ਦੇ ਸੈਸ਼ਨ 'ਚ ਗਾਇਆ ਸੀ। ਸੋ ਦੋਵਾਂ 'ਚ ਕੀ ਫਰਕ ਆ? ਰਾਸ਼ਟਰੀ ਗੀਤ, ਰਾਸ਼ਟਰੀ ਗਾਨ, ਨੈਸ਼ਨਲ ਗਾਨ ਮਤਲਬ ਐਂਥਮ, ਅਤੇ ਸੌਂਗ ਮਤਲਬ ਗੀਤ। ਦੋਵੇਂ ਪਹਿਲੀ ਵਾਰ ਗਾਏ ਇੱਕੋ ਬੰਦੇ ਨੇ ਆ, ਲੇਖਕ ਇਹਨਾਂ ਦੇ ਅੱਡ ਅੱਡ, ਲਿਰਿਸਟ ਅੱਡ ਆ, ਗੀਤਕਾਰ ਅੱਡ ਨੇ। ਹਰ ਇੰਪੋਰਟੈਂਟ ਗੱਲ ਤੁਹਾਡੇ ਦਿਮਾਗ 'ਚ ਪਾਉਣ ਦੀ ਕੋਸ਼ਿਸ਼ ਕੀਤੀ ਹੈ।
ਆਹ ਕਹਾਣੀ ਤਾਂ ਤੁਹਾਨੂੰ ਮੈਂ ਦੱਸ ਹੀ ਦਿੱਤੀ ਕਿ ਸੁਤੰਤਰਤਾ ਐਕਟ, ਇੰਡੀਪੈਂਡੈਂਸ ਐਕਟ ਤੋਂ ਪਹਿਲਾਂ ਇੱਕ ਮਾਊਂਟਬੈਟਨ ਪਲਾਨ ਆਇਆ, ਉਹਨੂੰ ਲੈ ਕੇ ਫਿਰ ਪਾਸ ਹੋਇਆ। ਠੀਕ ਆ, ਅਤੇ ਇਸ ਤਰੀਕੇ ਨਾਲ ਸਾਡੇ ਦੇਸ਼ 'ਚ ਸੰਵਿਧਾਨ ਸਭਾ ਬਣੀ। ਸੰਵਿਧਾਨ ਸਭਾ ਜਦੋਂ ਭਾਰਤ ਦਾ ਸੰਵਿਧਾਨ ਬਣ ਹੀ ਗਿਆ, ਜਦੋਂ ਭਾਰਤ 'ਚ ਇੱਕ ਕਹਿ ਲਓ ਕਿ ਭਾਰਤ ਆਜ਼ਾਦ ਹੋ ਹੀ ਗਿਆ ਅਤੇ ਪਾਕਿਸਤਾਨ ਅੱਡ ਨਿਕਲ ਹੀ ਗਿਆ, ਅਤੇ ਤੁਹਾਨੂੰ ਵੀ ਪਤਾ ਕਿ 399 ਤੋਂ ਸੀਟਾਂ ਘੱਟ ਕੇ ਕਿੰਨੀਆਂ ਰਹਿ ਗਈਆਂ ਸੀ, 299, ਅਤੇ ਜਿਹੜੀਆਂ 296 ਸੀਟਾਂ ਸੀਗੀਆਂ ਉਹ ਘੱਟ ਕੇ 229 ਰਹਿ ਗਈਆਂ, ਅਤੇ ਜਿਹੜੀਆਂ 93 ਸੀਟਾਂ ਸੀ ਰਾਜਿਆਂ ਦੀਆਂ ਭਾਰਤ 'ਚ ਉਹ ਘੱਟ ਕੇ 73 ਰਹਿ ਗਈਆਂ। ਹਰ ਪਾਸੇ ਫਰਕ ਪੈ ਗਿਆ। ਇਸੇ ਦੌਰਾਨ 9 ਦਸੰਬਰ 1946 ਤੋਂ ਲੈ ਕੇ 26 ਨਵੰਬਰ 1949 ਤੱਕ 2 ਸਾਲ 11 ਮਹੀਨੇ ਦੇ 18 ਦਿਨ ਸੰਵਿਧਾਨ ਸਭਾ ਚੱਲੀ। ਉਹਦੇ ਪ੍ਰੈਜ਼ੀਡੈਂਟ ਰਹੇ ਪ੍ਰਸ਼ਾਦ, ਰਜਿੰਦਰ ਪ੍ਰਸ਼ਾਦ। ਪਰ ਇਹ ਸੰਵਿਧਾਨ ਸਭਾ ਸਿਰਫ ਕੁਛ ਸਮੇਂ ਤੱਕ ਹੀ ਸੰਵਿਧਾਨ ਬਣਾਉਂਦੀ ਸੀ, ਜਿਵੇਂ ਦੁਪਹਿਰ ਦੇ 12-1 ਵਜੇ ਤੱਕ। ਉਸ ਤੋਂ ਬਾਅਦ ਨਾ ਇਹ ਪਾਰਲੀਮੈਂਟ ਬਣ ਜਾਂਦੀ ਸੀ, ਸੰਸਦ। ਤੁਸੀਂ ਕਹੋਗੇ ਇੱਦਾਂ ਕਿਉਂ ਬਈ? ਤੁਸੀਂ ਇਹ ਦੱਸੋ, ਸੰਵਿਧਾਨ ਤਾਂ ਉਹ ਬਣਾ ਰਹੀ ਸੀ ਫਿਊਚਰ ਵਾਸਤੇ ਕਿ 1950 ਤੋਂ ਬਾਅਦ ਲਈ। ਜਦੋਂ ਆਪਾਂ ਕਿਸੇ ਸੁਸਾਇਟੀ 'ਚ ਰਹਿ ਰਹੇ ਹੁੰਦੇ ਹਾਂ, ਸਾਨੂੰ ਰੋਜ਼ਮर्रा ਦੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਐਕਟ ਚਾਹੀਦਾ ਹੀ ਆ। ਕਈ ਵਾਰੀ ਕਿਸੇ ਐਕਟ ਦੀ ਵੈਸੇ ਹੀ ਲੋੜ ਪੈ ਜਾਂਦੀ ਆ। ਉਹ ਸੰਵਿਧਾਨ ਸਭਾ ਥੋੜ੍ਹਾ ਬਣਾਊਗੀ, ਉਹ ਤਾਂ ਪਾਰਲੀਮੈਂਟ ਬਣਾਊਗੀ। ਉਹੀ ਸੰਵਿਧਾਨ ਸਭਾ, ਉਹੀ ਕੌਂਸਟੀਟਿਊਐਂਟ ਅਸੈਂਬਲੀ ਕੁਛ ਕੁ ਸਮੇਂ ਵਾਸਤੇ ਦਿਨ ਦੇ ਵਿੱਚ ਪ੍ਰੋਵੀਜ਼ਨਲ ਆਰਜੀ ਤੌਰ 'ਤੇ ਕੱਚੀ ਪੱਕੀ ਪਾਰਲੀਮੈਂਟ ਬਣ ਜਾਂਦੀ ਸੀ। ਉਹਨੂੰ ਕਹਿੰਦੇ ਸੀ ਆਰਜੀ ਸੰਸਦ, ਪ੍ਰੋਵੀਜ਼ਨਲ ਪਾਰਲੀਮੈਂਟ। ਕੀ ਉਸ ਵੇਲੇ ਵੀ ਉਹਦੇ ਪ੍ਰਧਾਨ ਉਹੀ ਰਹਿੰਦੇ ਸੀ? ਨਹੀਂ, ਉਸ ਵੇਲੇ ਉਹਦੀ ਪ੍ਰਧਾਨਗੀ ਇੱਕ ਹੋਰ ਸ਼ਖਸ ਨੂੰ ਦੇ ਦਿੱਤੀ ਜਾਂਦੀ ਸੀ, ਜੀ.ਵੀ. ਮਾਲਵੰਕਰ ਨੂੰ। ਜਦੋਂ ਇਹ ਵਿਧਾਨ ਸਭਾ ਜਾਂ ਇਹ ਕਹਿ ਲਓ ਸੰਸਦ ਦਾ ਕੰਮ ਕਰਦੀ ਸੀ, ਵਿਧਾਨ ਸਭਾ ਨਾ ਕਹੋ, ਸੰਸਦ ਦਾ ਕੰਮ ਕਰਦੀ ਸੀ, ਆਰਜੀ ਸੰਸਦ ਦਾ, ਤਾਂ ਇਹਦੀ ਪ੍ਰਧਾਨਗੀ ਜੀ.ਵੀ. ਮਾਲਵੰਕਰ ਕਰਦੇ ਸੀ। ਜਦੋਂ ਇਹ ਸੰਵਿਧਾਨ ਸਭਾ ਦਾ ਕੰਮ ਕਰਦੀ ਸੀ ਤਾਂ ਪ੍ਰਧਾਨਗੀ ਰਜਿੰਦਰ ਪ੍ਰਸ਼ਾਦ ਕਰਦੇ ਸੀ। ਇੰਨੇ ਜ਼ਿਆਦਾ ਹੈਵੀ ਫੈਕਟ ਮੈਂ ਨਹੀਂ ਮੰਨਦਾ ਕਿ ਤੁਸੀਂ ਕਦੇ ਸੁਣੇ ਹੋਣਗੇ। ਠੀਕ ਆ, ਸੋ ਬਹੁਤ ਗੌਰ ਨਾਲ ਸੁਣਿਓ। ਕਿੰਨੇ ਮੈਂਬਰ ਸੀ? 399, ਫਿਰ ਘੱਟ ਕੇ 299, ਅਤੇ ਜਿਹੜੀ ਭਾਰਤ ਦੇ ਪ੍ਰਾਂਤ ਸੀ ਉੱਥੇ 296 ਤੋਂ ਘੱਟ ਕੇ 229, ਅਤੇ ਰਜਵਾੜੇ ਵੀ ਘੱਟ ਗਏ। ਸੋ ਭਾਰਤ ਨੇ 22 ਜੁਲਾਈ 1947 ਨੂੰ ਰਾਸ਼ਟਰੀ ਝੰਡਾ ਅਡੋਪਟ ਕੀਤਾ। ਉਸ ਤੋਂ ਪਹਿਲਾਂ ਭਾਰਤ ਕਾਮਨਵੈਲਥ ਜਿਹੜੀਆਂ ਖੇਡਾਂ ਹੁੰਦੀਆਂ ਤੇ ਉਹਦਾ ਮੈਂਬਰ ਵੀ ਬਣਿਆ। 24 ਜਨਵਰੀ 1950 ਨੂੰ ਰਾਸ਼ਟਰੀ ਗੀਤ ਵੀ ਅਪਣਾ ਲਿਆ ਭਾਰਤ ਨੇ। ਕਿਹੜਾ ਸੀ ਰਾਸ਼ਟਰੀ ਗੀਤ? ਬੰਦੇ ਮਾਤਰਮ। ਰਾਸ਼ਟਰੀ ਗਾਣ ਵੀ ਅਡਾਪਟ ਕਰ ਲਿਆ, ਕਿਹੜਾ ਸੀ? ਜਨ ਗਣ ਮਨ। ਇਹਨਾਂ ਦੇ ਮਗਰ ਦੀ ਸਟੋਰੀ ਵੀ। ਅਤੇ 24 ਜਨਵਰੀ ਨੂੰ ਹੀ ਅਸੀਂ ਰਜਿੰਦਰ ਪ੍ਰਸ਼ਾਦ ਨੂੰ ਭਾਰਤ ਦਾ ਪਹਿਲਾ ਰਾਸ਼ਟਰਪਤੀ ਚੁਣਿਆ। ਇਹ ਗਲਤ ਹੋ ਗਈ। ਇਹ ਡਿਸਾਈਡ ਕੀਤਾ, ਫੈਸਲਾ ਕੀਤਾ ਕਿ ਆਉਣ ਵਾਲੀ 26 ਤਰੀਕ ਨੂੰ ਅਸੀਂ ਇਹਨਾਂ ਨੂੰ ਹੀ ਰਾਸ਼ਟਰਪਤੀ ਚੁਣਾਂਗੇ। ਲਾਈਨ ਦਾ ਮਤਲਬ ਸਮਝ ਗਏ? 24 ਜਨਵਰੀ 1950 ਨੂੰ ਭਾਰਤ ਦੀ ਸੰਵਿਧਾਨ ਸਭਾ ਨੇ ਇਹ ਫੈਸਲਾ ਕੀਤਾ ਕਿ 26 ਜਨਵਰੀ ਨੂੰ ਅਸੀਂ ਇਹਨਾਂ ਨੂੰ ਹੀ ਰਾਸ਼ਟਰਪਤੀ ਚੁਣਾਂਗੇ। ਚੁਣਿਆ ਨਹੀਂ ਸੀ 24 ਤਰੀਕ ਨੂੰ, ਇਹ ਗਲਤ ਲਿਖਿਆ ਗਿਆ ਕਿਉਂਕਿ ਕਈ ਵਾਰੀ ਇੰਟਰਪ੍ਰੀਟੇਸ਼ਨ, ਕਈ ਵਾਰੀ ਟਾਈਪ ਕਰਨ ਵਾਲਾ ਦੱਬ ਦਿੰਦਾ ਕਿੱਲੀ। ਸੋ ਇਹ ਕਹਾਣੀ ਸਮਝ ਆ ਗਈ। ਫਿਰ ਆਉਂਦੀ ਆ ਤਰੀਕ 25 ਜਨਵਰੀ। ਕਿੰਨਾ ਕੁਛ ਇਹੋ ਜਿਹਾ ਜਿਹੜਾ ਮੈਂ ਤੁਹਾਨੂੰ ਕਹਿੰਦਾ ਕਿ ਆਪਣੀ ਕਾਪੀ ਅੱਡ ਖੋਲ੍ਹੋ ਅਤੇ ਲਿਖੋ। ਇਸ ਤੋਂ ਬਾਅਦ ਤੁਹਾਨੂੰ ਕੋਈ ਵੀ ਬੰਦਾ ਓਬਜੈਕਟਿਵ ਸਵਾਲ ਪਾਈ ਜਾਵੇ, ਜੋ ਮਰਜ਼ੀ ਪਾਈ ਜਾਵੇ, ਮੈਂ ਤਾਂ ਅੱਡ ਕਰਾਉਣੇ ਹੀ ਕਰਾਉਣੇ ਆ। ਮੈਂ ਤਾਂ ਜਿਹੜੀ ਬੁੱਕਲੈਟ ਜਾਂ ਅਸੀਂ ਬੁੱਕ ਤਿਆਰ ਕਰ ਰਹੇ ਹਾਂ ਉਹਦੇ 'ਚ ਇਹੀ ਕੁਛ ਥਿਊਰੀ ਆ, ਅਤੇ ਨਾਲ MCQs ਦੀਆਂ ਪੂਰੀਆਂ ਚੈਪਟਰ ਵਾਈਜ਼। ਕੰਪਿਊਟਰ ਦੇ ਵੀ ਚੈਪਟਰ ਵਾਈਜ਼ MCQs ਆ, ਪੰਜਾਬੀ ਦੇ ਵੀ ਚੈਪਟਰ ਵਾਈਜ਼, ਇੰਗਲਿਸ਼ ਦੇ ਵੀ ਚੈਪਟਰ ਵਾਈਜ਼, ਤਾਂ ਜੋ ਤਸੱਲੀ ਹੋ ਜੇ ਇੱਕ ਵਾਰੀ ਬੱਚੇ ਦੀ ਚੰਗੀ ਤਰ੍ਹਾਂ। ਇਹਦੇ 'ਚ ਅਸੀਂ ਸਭ ਤੋਂ ਪਹਿਲਾਂ, ਵੈਸੇ ਤਾਂ ਪੜ੍ਹਾਊਂਗਾ ਸਾਰਿਆਂ ਵਾਸਤੇ, ਪਰ ਸਭ ਤੋਂ ਪਹਿਲਾਂ ਟਾਰਗੇਟ ਪੰਜਾਬ ਦੇ ਕਾਂਸਟੇਬਲ ਲੈਵਲ ਦੇ ਬੱਚਿਆਂ ਨੂੰ ਕੀਤਾ ਹੈ, ਕਿਉਂਕਿ ਬੁੱਕ ਪਹਿਲਾਂ ਅਸੀਂ ਸਿਰਫ ਉਹਨਾਂ ਵਾਸਤੇ। ਸਬ ਇੰਸਪੈਕਟਰ ਦੇ ਲੈਵਲ 'ਤੇ ਹਜੇ ਸਾਡੇ ਕੋਲ ਜਿੰਨੇ ਉਹਦੇ 'ਚ ਐਕਸਟਰਾ ਚੈਪਟਰ ਆਉਣੇ ਆ ਉਹ ਪੰਜਾਬੀ ਮੀਡੀਅਮ 'ਚ ਉਸ ਪੱਧਰ 'ਤੇ ਨਹੀਂ ਅਵੇਲੇਬਲ ਹੋ ਸਕਦੇ, ਜਾਂ ਉਹਦੇ ਲਈ ਸਾਨੂੰ 2-3 ਜਾਣੇ ਆ, ਉਹਦੇ ਲਈ ਸਾਡੇ ਕੋਲ ਟੀਮ ਪ੍ਰੋਪਰ ਨਹੀਂ। ਜਿੱਦਣ ਹੋਈ ਅਸੀਂ ਆਪਣੇ ਉਹ ਵੀ ਕੋਸ਼ਿਸ਼ ਕਰਾਂਗੇ ਕਿ ਉਹ ਵੀ ਚੀਜ਼ ਨੂੰ ਅਸੀਂ ਤਿਆਰ ਕਰਕੇ, ਪਹਿਲਾਂ ਅਸੀਂ ਕਾਂਸਟੇਬਲ ਦੇ ਲੈਵਲ 'ਤੇ ਇੱਕ ਰਿਸਪੌਂਸ ਦੇਖਣਾ ਚਾਹੁੰਦੇ ਹਾਂ ਕਿ ਬੱਚੇ ਇਸ ਚੀਜ਼ ਨੂੰ ਕਿੰਨਾ ਕੁ ਹੁੰਗਾਰਾ ਦਿੰਦੇ ਆ। ਖੈਰ ਆ ਜਾਓ ਅੱਗੇ। ਠੀਕ ਆ, ਤੁਸੀਂ ਵੱਧ ਤੋਂ ਵੱਧ ਇਸ ਪਲੇਟਫਾਰਮ ਨੂੰ ਆਪਣੇ ਸੀਰੀਅਸ ਸਾਥੀਆਂ ਨਾਲ, ਸੀਰੀਅਸ ਜਿਹੜੇ ਸੱਚੀ ਡੈਡੀਕੇਟਡ ਨੇ, ਅਤੇ ਮੈਂ ਵਾਰ-ਵਾਰ ਕਹਿੰਦਾ ਇਸ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਦੂਜੀ ਵੀਡੀਓ ਅਤੇ ਦੂਜੀ ਦੀ ਡਿਸਕ੍ਰਿਪਸ਼ਨ 'ਚ ਤੀਸਰੀ ਵੀਡੀਓ। ਠੀਕ ਆ, ਅੱਗੇ ਵਾਲੀਆਂ ਵੀਡੀਓਜ਼ ਛੋਟੀਆਂ ਨੇ, 35-35, 30-30 ਮਿੰਟ ਦੀਆਂ। ਇਸ ਵੀਡੀਓ ਨੂੰ ਹੀ ਥੋੜ੍ਹਾ ਜਿਹਾ ਵੱਡਾ ਰੱਖਿਆ ਗਿਆ। ਸੋ ਸੰਵਿਧਾਨ ਸਭਾ ਨੂੰ ਜਦੋਂ ਬਣਾਇਆ ਗਿਆ, ਇਹਦੇ 'ਚ 8 ਵੱਡੀਆਂ ਅਤੇ 15 ਛੋਟੀਆਂ ਕਮੇਟੀਆਂ ਬਣਾਈਆਂ। ਉਹ ਜਿਹੜੀਆਂ ਵੱਡੀਆਂ ਕਮੇਟੀਆਂ ਸੀ 8, ਉਹਨਾਂ 'ਚ ਬਣੀ ਸੀ ਯੂਨੀਅਨ ਪਾਵਰ, ਕੇਂਦਰੀ ਤਾਕਤ ਕਮੇਟੀ। ਠੀਕ ਆ, ਕੇਂਦਰੀ ਸ਼ਕਤੀ ਕਮੇਟੀ। ਜਵਾਹਰ ਲਾਲ ਨਹਿਰੂ
ਕੇਂਦਰੀ ਸੰਵਿਧਾਨ ਕਮੇਟੀ ਨਹਿਰੂ ਦੇ ਅੰਡਰ, ਠੀਕ ਆ। ਪ੍ਰਾਂਤੀ ਸੰਵਿਧਾਨ ਕਮੇਟੀ ਜਾਂ ਸੂਬਿਆਂ ਦੀ ਸੰਵਿਧਾਨ ਕਮੇਟੀ ਪਟੇਲ ਦੇ ਅੰਡਰ। ਡਰਾਫਟ ਕਮੇਟੀ ਮੋਸਟ ਇੰਪੋਰਟੈਂਟ ਅੰਬੇਦਕਰ ਸਾਹਿਬ ਦੇ ਅੰਡਰ। ਬੁਨਿਆਦੀ ਅਧਿਕਾਰਾਂ, ਘੱਟ ਗਿਣਤੀਆਂ ਤੇ ਟਰਾਈਬਲਸ ਦੀ ਕਮੇਟੀ ਪਟੇਲ ਦੇ ਅੰਡਰ। ਸੋ ਇਸ ਬੁਨਿਆਦੀ ਅਧਿਕਾਰਾਂ ਵਾਲੀ ਜਿਹੜੀ ਕਮੇਟੀ ਸੀ ਇਹਦੇ ਅੰਦਰ 3 ਛੋਟੀਆਂ ਕਮੇਟੀਆਂ, ਫੰਡਾਮੈਂਟਲ ਰਾਈਟਸ ਵਾਲੀ JP ਕਿਰਪਲਾਨੀ, ਘੱਟ ਗਿਣਤੀਆਂ ਵਾਲੀ HC ਮੁਖਰਜੀ ਤੇ ਸਰਹੱਦੀ ਕਬੀਲੇ ਵਾਲੇ ਇਲਾਕਿਆਂ ਵਾਲੀ ਕਮੇਟੀ ਜਿਹੜੀ ਸੀਗੀ ਗੋਪੀਨਾਥ ਬਰਦੌਲੀ ਤੇ ਐਕਸਕਲੂਸਿਵ ਏਰੀਆਜ਼ ਦੀ ਕਮੇਟੀ AV ਠੱਕਰ ਦੇ ਅੰਡਰ। ਇਸ ਤੋਂ ਬਿਨਾਂ ਫਿਰ ਅੱਗੇ ਆ ਗਈਆਂ ਰੂਲ ਕਮੇਟੀ ਰਜਿੰਦਰ ਪ੍ਰਸਾਦ, ਸਟੇਟ ਕਮੇਟੀ ਨਹਿਰੂ ਤੇ ਨਿਰਦੇਸ਼ਕ ਕਮੇਟੀ ਸਟੀਅਰਿੰਗ ਕਮੇਟੀ ਰਜਿੰਦਰ ਪ੍ਰਸਾਦ। ਇਹ ਕੁਝ ਕਮੇਟੀਆਂ ਮੇਜਰ ਕਮੇਟੀਆਂ ਨੇ। ਆਹ ਜਿਹੜੀਆਂ 3 ਹੀ ਵਿੱਚ ਇਹਦੇ ਆ ਗੌਰ ਕਰਿਓ, ਆਹ ਵਾਲੀਆਂ 4 ਇਹਦੇ ਵਿੱਚੋਂ ਹੀ ਨਿਕਲ ਕੇ ਆਈਆਂ ਸਬ ਕਮੇਟੀਆਂ ਨੇ। ਇਹਨਾਂ ਨੂੰ ਅੱਡ ਨਾ ਪੜਿਓ। 1 2 3 4 5 ਆਹ ਉਹਦੇ ਵਿਚਲੀਆਂ 5 ਆ, 6 7 8 ਪੂਰੀਆਂ ਹੋ ਗਈਆਂ। ਆਹ ਜਿਹੜੀਆਂ ਕਮੇਟੀਆਂ ਨਾ 3 ਜਿਨ੍ਹਾਂ ਨੂੰ ਅੱਡ ਰੰਗ ਮੈਂ ਇਹਨਾਂ ਦੇ ਅੱਗੇ ਨਾ ਸਿੰਬਲ ਅੱਡ ਪਾ ਕੇ ਭੇਜੂਗਾ ਕਿਤਾਬ 'ਚ ਤਾਂ ਕਿ ਤੁਸੀਂ ਕਨਫਿਊਜ਼ ਨਾ ਹੋ ਜਾਓ। ਇਹ ਸਬ ਕਮੇਟੀਜ਼ ਨੇ। ਮੁੱਖ ਕਮੇਟੀਆਂ ਨੇ 1 2 3 4 5 6 7 8। ਇਸ ਨੰਬਰ 'ਤੇ ਫ਼ੋਨ ਕਰਕੇ ਤੁਸੀਂ ਕੋਈ ਵੀ ਜਾਣਕਾਰੀ ਹਾਸਲ ਕਰਨੀ ਹੈ। ਸਿਰਫ ਇਹੀ ਇੱਕ ਨੰਬਰ ਹੈ ਜਿਸ 'ਤੇ ਤੁਸੀਂ ਇਸ ਪਲੇਟਫਾਰਮ ਬਾਰੇ ਵੱਧ ਤੋਂ ਵੱਧ ਜਾਣਕਾਰੀ ਹਾਸਲ ਕਰ ਸਕਦੇ ਹੋ, ਠੀਕ ਆ। ਸੋ ਡਰਾਫਟ ਕਮੇਟੀ ਉਹ ਆ ਜਿਹਨੇ ਸੰਵਿਧਾਨ ਨੂੰ ਸਭ ਤੋਂ ਮੇਨ ਡਰਾਫਟ ਕੀਤਾ। ਡਰਾਫਟ ਦਾ ਮਤਲਬ ਹੀ ਇਹ ਹੁੰਦਾ ਕਿ ਕਿਹੜੀ ਚੀਜ਼ ਅੱਗੇ ਤੇ ਕਿਹੜੀ ਚੀਜ਼ ਪਿੱਛੇ ਲਾਉਣੀ ਆ। ਵੀ ਐ ਨਹੀਂ ਹੁੰਦਾ ਕਿ ਬਈ ਮੂੰਹ ਚੱਕ ਕੇ ਫੰਡਾਮੈਂਟਲ ਰਾਈਟਸ ਬੁਨਿਆਦੀ ਅਧਿਕਾਰ ਐਂਡ 'ਚ ਦੇ ਦਿਓ, ਸਟੇਟਾਂ ਬਾਰੇ ਹੱਕ ਪਹਿਲਾਂ ਲਿਖ ਦਿਓ। ਨਹੀਂ, ਇਹ ਕਮੇਟੀ BR ਅੰਬੇਦਕਰ ਦੇ ਅੰਡਰ 29 ਅਗਸਤ 1947 ਨੂੰ ਬਣੀ ਜਦੋਂ ਸਾਰੀਆਂ ਬਣੀਆਂ। ਇਹਦੇ ਚੇਅਰਮੈਨ BR ਅੰਬੇਦਕਰ। ਇਹਦੇ ਤਾਂ ਇੰਨੀ ਇੰਪੋਰਟੈਂਟ ਆ ਕਿ ਲੋਕ ਮੈਂਬਰ ਵੀ ਪੁੱਛ ਲੈਂਦੇ ਆ। ਗੋਪਾਲਾ ਸਵਾਮੀ ਅਯੰਗਰ, ਅਲਾਦੀ ਕ੍ਰਿਸ਼ਨਾ ਅਈਅਰ, KM ਮੁਨਸ਼ੀ, ਸੈਯਦ ਮੁਹੰਮਦ ਸਬਦੁੱਲਾ, M ਰਾਧਵ ਰਾਓ ਤੇ TT ਕ੍ਰਿਸ਼ਨਾਚਾਰਿਆ, ਠੀਕ ਆ। M ਰਾਧਵ ਰਾਓ ਜਿਹੜੇ ਸੀ ਉਹਨਾਂ ਨੇ BL ਮਿੱਟਰ ਦੀ ਜਗ੍ਹਾ ਲਈ ਸੀ ਤੇ TT ਕ੍ਰਿਸ਼ਨ ਆਚਾਰਿਆ ਨੇ DP ਖੈਤਾਨ ਦੀ, ਜਿਹੜੇ ਕਿ ਇੱਕ ਐਕਸਪਾਇਰ ਹੋ ਗਏ ਸੀ ਤੇ ਇੱਕ ਹੈਲਥ ਇਸ਼ੂਜ਼ ਕਰਕੇ ਛੱਡ ਗਏ ਸੀ, ਸਿਹਤ ਠੀਕ ਨਾ ਹੋਣ ਕਰਕੇ। ਸੋ ਐਵੇਂ ਇਹ ਸੰਵਿਧਾਨ ਬਣਿਆ ਤੇ ਬਣਦੇ ਤਿਆਰ ਹੋਇਆ ਪੂਰਾ ਵਧੀਆ ਡਿਟੇਲ 'ਚ। ਫਿਰ ਇਹਨੂੰ ਲਾਗੂ ਕਰਨ ਦੀ ਵਾਰੀ ਆਈ 26 ਨਵੰਬਰ 1949 ਨੂੰ, ਜਿਸ ਦਿਨ ਇਹ ਬਣ ਕੇ ਤਿਆਰ ਹੋਇਆ। ਉਦੋਂ ਕੁਛ ਕੁ ਆਰਟੀਕਲ ਜਿਹੜੇ ਕਿ ਜਾਂ ਤਾਂ ਚੋਣਾਂ ਨਾਲ ਸੰਬੰਧਿਤ ਸੀ ਜਾਂ ਨਾਗਰਿਕਤਾ ਨਾਲ, ਉਹ ਤਾਂ ਲਾਗੂ ਕਰਤੇ। ਮੁੱਖ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ। ਤੇ ਮੈਂ ਤੁਹਾਡੀ ਜਾਣਕਾਰੀ ਲਈ ਦੱਸਦਾ 26 ਜਨਵਰੀ ਨੂੰ ਚੁਣਿਆ ਕਿਉਂ ਗਿਆ, ਇਹ ਮੈਂ ਤੁਹਾਨੂੰ ਜ਼ਰੂਰ ਕਲੀਅਰ ਕਰਤਾ, ਠੀਕ ਆ। ਹਾਂ, 24 ਜਨਵਰੀ ਨੂੰ ਅਸੀਂ ਬਹੁਤ ਕੁਝ ਅਡੋਪਟ ਕਰਤਾ ਸੀਗਾ ਸਪੈਸ਼ਲ 12ਵੇਂ ਸੈਸ਼ਨ 'ਚ। ਇਸ ਤੋਂ ਬਾਅਦ 25 ਜਨਵਰੀ ਨੂੰ ਅਸੀਂ ਭਾਰਤ ਦਾ ਇਲੈਕਸ਼ਨ ਕਮਿਸ਼ਨ ਵੀ ਬਣਾਤਾ, ਕਿਉਂਕਿ ਉਹਦਾ ਸੰਵਿਧਾਨ ਤਾਂ ਪਹਿਲਾਂ ਹੀ ਲਾਗੂ ਹੋ ਗਿਆ ਸੀ। ਸੁਕੁਮਾਰ ਸੈਨ ਪਹਿਲੇ ਸਾਡੇ ਇਲੈਕਸ਼ਨ ਕਮਿਸ਼ਨਰ ਬਣੇ। ਇਸੇ ਕਰਕੇ 2011 ਤੋਂ ਅਸੀਂ 25 ਜਨਵਰੀ ਨੂੰ ਰਾਸ਼ਟਰੀ ਵੋਟਰ ਦਿਵਸ ਨੈਸ਼ਨਲ ਵੋਟਰ ਡੇ ਦੇ ਤੌਰ 'ਤੇ ਮਨਾ ਰਹੇ ਹਾਂ। 28 ਜਨਵਰੀ ਨੂੰ ਸੰਵਿਧਾਨ ਲਾਗੂ ਹੋਣ ਤੋਂ 2 ਦਿਨ ਬਾਅਦ ਅਸੀਂ ਆਪਣੀ ਸੁਪਰੀਮ ਕੋਰਟ ਨੂੰ ਨਵੇਂ ਰੂਪ 'ਚ ਆਜ਼ਾਦ ਭਾਰਤ ਦੀ ਸੁਪਰੀਮ ਕੋਰਟ ਦੇ ਤੌਰ 'ਤੇ ਬਣਾਇਆ ਤੇ ਪਹਿਲੇ ਸਾਡੇ ਹਰੀ ਲਾਲ ਕਨੀਆਂ ਚੀਫ ਜਸਟਿਸ ਬਣੇ। ਉਦੋਂ ਸੰਵਿਧਾਨ 'ਚ ਲਿਖਿਆ ਸੀ ਕਿ ਭਾਰਤ ਦੇ ਸੰਵਿਧਾਨ ਵਿੱਚ ਭਾਰਤ ਦੀ ਸੁਪਰੀਮ ਕੋਰਟ 'ਚ ਚੀਫ ਜਸਟਿਸ ਸਮੇਂ 8 ਜੱਜ ਹੋਣਗੇ। ਸੋ ਸੰਵਿਧਾਨ ਦੇ ਮੁਤਾਬਕ ਸੁਪਰੀਮ ਕੋਰਟ 'ਚ 8 ਜੱਜ ਨੇ। ਇਹ ਵੀ ਨਾਲ ਲਿਖਤਾ ਅੱਜ ਤੋਂ ਬਾਅਦ ਜੇ ਜੱਜ ਵਧਾਉਣੇ ਨੇ ਤਾਂ ਸੰਸਦ ਫੈਸਲਾ ਕਰੂਗੀ। ਉਸ ਤੋਂ ਬਾਅਦ ਅਸੀਂ ਜੇ 34 ਜੱਜਾਂ ਤੱਕ ਅੱਜ ਪਹੁੰਚੇ ਹਾਂ ਸਣੇ ਚੀਫ ਜਸਟਿਸ, ਤਾਂ ਉਹ ਇਸੇ ਕਰਕੇ ਹੀ ਆ। ਤੁਸੀਂ ਦੱਸੋਗੇ ਕਿ ਹੁਣੇ ਸਾਡੇ 50ਵੇਂ ਚੀਫ ਜਸਟਿਸ ਕੌਣ ਬਣੇ ਆ। ਤੇ ਇੰਪੋਰਟੈਂਟ ਗੱਲ ਆ, ਇੱਕ ਵਾਰੀ ਇੱਕ ਪੇਪਰ ਸਬ ਇੰਸਪੈਕਟਰ ਦੇ ਪੇਪਰ 'ਚ ਪਿਛਲੇ ਸਾਲ ਸਵਾਲ ਆਇਆ ਸੀ ਕਿ ਸੰਵਿਧਾਨ ਦੇ ਮੁਤਾਬਕ ਸੁਪਰੀਮ ਕੋਰਟ 'ਚ ਕਿੰਨੇ ਜੱਜ ਸਨ। ਇਟ ਮੀਨਸ ਉਹ ਓਰੀਜਨਲ ਪੁੱਛ ਰਹੇ ਆ ਜਿਹੜੇ ਸੰਵਿਧਾਨ 'ਚ ਅੱਜ ਵੀ ਲਿਖੇ ਆ 8 ਜੱਜ, ਉਸ ਤੋਂ ਬਾਅਦ ਹੀ ਵਧੇ ਆ ਨਾ। ਸੋ ਉਮੀਦ ਕਰਦਾ ਕਿ ਤੁਹਾਨੂੰ ਸੁਪਰੀਮ ਕੋਰਟ ਹਰ ਇੱਕ ਚੀਜ਼ ਜਿਹੜੀ ਆ ਉਹ ਅਸੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ, ਠੀਕ ਆ। ਸੋ ਪਟਿਆਲਾ ਕਲਾਸਿਸ ਨਾਮ ਦਾ ਹੀ ਪਲੇਟਫਾਰਮ ਜਿਹੜਾ ਹੈ ਉਹ ਇੱਕ ਕੋਸ਼ਿਸ਼ ਆ ਸਾਡੀ ਕਿ ਪੰਜਾਬੀ ਮੀਡੀਅਮ ਨੂੰ ਦੇਖੋ। ਮੇਰੇ ਇਹ ਕਹਿਣਾ ਕਿ ਬਈ ਮੇਰੀ ਕੋਸ਼ਿਸ਼ ਸਭ ਤੋਂ ਟੌਪ ਦੀ ਆ, ਇਹ ਮੈਂ ਹਮੇਸ਼ਾ ਕਹੂੰਗਾ ਕਿ ਗਲਤ ਆ। ਬਹੁਤ ਪਲੇਟਫਾਰਮ ਪੰਜਾਬੀ ਮੀਡੀਅਮ 'ਚ ਮੇਰੇ ਤੋਂ ਕਿਤੇ ਉੱਪਰ ਦਾ ਕੰਮ ਕਰ ਚੁੱਕੇ ਆ, ਕਰ ਰਹੇ ਆ, ਕਰਦੇ ਰਹਿਣਗੇ। ਮੇਰੇ ਤੋਂ ਕਿਤੇ ਪਹਿਲਾਂ ਦੇ ਇਸ ਫੀਲਡ 'ਚ ਨੇ ਅਤੇ ਮੇਰੇ ਤੋਂ ਜ਼ਿਆਦਾ ਸੀਰੀਅਸ ਅਤੇ ਡੈਡੀਕੇਟਡ ਤਰੀਕੇ ਨਾਲ ਬੱਚਿਆਂ ਦੀ ਮਦਦ ਕਰ ਰਹੇ ਆ। ਮੇਰੀ ਤਾਂ ਜਸਟ ਇੱਕ ਕੋਸ਼ਿਸ਼ ਆ, ਜੇ ਇਹਨੂੰ ਫਲ ਲੱਗਦਾ ਦਿਸੂਗਾ ਅਤੇ ਸਾਨੂੰ ਹੌਸਲਾ ਮਿਲੂਗਾ ਅਤੇ ਅਸੀਂ ਜ਼ਰੂਰ ਅੱਗੇ ਵਧਾਂਗੇ। ਕਿਉਂਕਿ ਦੂਸਰਾ ਪਲੇਟਫਾਰਮ ਮਾਸਟਰ ਕਲਾਸਿਸ ਪਟਿਆਲਾ ਬਾਈਲਿੰਗੁਅਲ ਆ ਅਤੇ ਜ਼ਿਆਦਾਤਰ ਮੈਂ ਕਹਾਂ
ज़्यादातर की पता ही है सब ਨੂੰ ਉਹਦੇ 'ਚ ਝੂਠ ਬੋਲਣ ਦੀ ਕੋਈ ਲੋੜ ਨਹੀਂ। ਉਹ ਸਿਰਫ PPSC ਤੇ ਵੱਡੇ PCS ਦੇ ਪੇਪਰਾਂ ਵਾਸਤੇ ਹੀ ਕਾਰਗਰ ਆ, ਬਿਕੋਜ਼ ਉਹਦੇ 'ਚ ਅਸੀਂ ਛੋਟੇ ਪੇਪਰਾਂ ਨੂੰ ਟਾਰਗੇਟ ਘੱਟ ਕਰਦੇ ਆ। ਸੋ ਇਹ ਇੱਕ ਕੋਸ਼ਿਸ਼ ਸੀ ਸਾਡੀ ਨਿਮਾਣੀ ਜੀ, ਜਿਹਦੇ ਵਾਸਤੇ ਸਾਨੂੰ ਸ਼ਾਇਦ ਤੁਹਾਡੀ ਸਪੋਰਟ ਦੀ ਲੋੜ ਪਊਗੀ। ਠੀਕ ਆ, ਅਸੀਂ ਇੰਨੇ ਕੁ ਤਾਂ ਗੈਰਤਮੰਦ ਹੈਗੇ ਆ ਕਿ ਜੇ ਸਾਨੂੰ ਹੁੰਗਾਰਾ ਨਾ ਮਿਲਿਆ ਤਾਂ ਅਸੀਂ ਵੀ ਆਪਣੀ ਇਸ ਕੋਸ਼ਿਸ਼ 'ਚ ਅੱਗੇ ਨਹੀਂ ਵਧਾਂਗੇ। ਸਾਡੀ ਇਹ ਵਧਣਾ ਇਸ ਚੀਜ਼ 'ਤੇ ਨਿਰਭਰ ਹੋਊਗਾ ਕਿ ਤੁਸੀਂ ਕਿੰਨਾ ਕੁ ਸਾਨੂੰ ਸਪੋਰਟ ਕਰਦੇ ਹੋ। ਕੋਈ ਫਾਈਨੈਂਸ਼ੀਅਲ ਸਪੋਰਟ ਨਹੀਂ, ਇਹ ਸਪੋਰਟ ਕਿ ਹਾਂ ਤੁਸੀਂ ਵੱਧ ਤੋਂ ਵੱਧ ਉਹ ਲੋਕ ਇਹਨੂੰ ਜ਼ਰੂਰ ਦੇਖਣ ਪਲੇਟਫਾਰਮ ਨੂੰ ਜਿਨ੍ਹਾਂ ਨੇ ਕੋਸ਼ਿਸ਼ ਕਰਨੀ ਆ। ਬਹੁਤ ਜ਼ਿਆਦਾ ਵਿਊਜ਼ ਦੀ ਅਸੀਂ ਉਮੀਦ ਨਹੀਂ ਕਰਦੇ, ਪਰ ਅਸੀਂ ਇਹ ਜ਼ਰੂਰ ਕਵਾਂਗੇ ਕਿ ਡੈਡੀਕੇਟਡ ਐਸਪੀਰੈਂਟਸ ਜਿਹੜੇ ਆ ਉਹ ਜ਼ਰੂਰ ਇਸ ਚੀਜ਼ ਨੂੰ ਵੇਖਣ। ਠੀਕ ਆ, ਉਹਨਾਂ ਦੇ ਵੇਖਣ ਤੋਂ ਸਾਨੂੰ ਆਪਣੇ ਆਪ ਪਤਾ ਲੱਗ ਜੂਗਾ। ਸਾਨੂੰ ਐਪਰੀਸ਼ੀਏਸ਼ਨ ਜਦੋਂ ਮਿਲਦੀ ਹੈ ਤਾਂ ਉਦੋਂ ਖੁਸ਼ੀ ਹੁੰਦੀ ਹੈ। ਉਹ ਕਿਸੇ ਵੀ ਤਰੀਕੇ ਨਾਲ YouTube ਦੇ ਕਮੈਂਟ ਦੇ ਵਿੱਚ ਨਹੀਂ ਸਾਨੂੰ ਚਾਹੀਦੀ, ਅਤੇ ਨਾ ਹੀ ਅਸੀਂ ਇਸ ਚੀਜ਼ ਦੀ ਉਮੀਦ ਕਰਾਂਗੇ। ਹਾਂ, ਜਦੋਂ ਤੁਸੀਂ ਸਾਡੇ ਤੱਕ ਅਪਰੋਚ ਕਰਦੇ ਹੋ ਕਿ ਹਾਂ ਸਰ ਆਹ ਚੀਜ਼ ਕਰ ਲਈ ਹੈ ਜਾਂ ਇਹ ਚੀਜ਼ ਆ, ਤਾਂ ਹੋਰ ਅਸੀਂ ਕੀ ਕਰ ਸਕਦੇ ਹਾਂ, ਤਾਂ ਸਾਨੂੰ ਪਤਾ ਲੱਗਦਾ ਕਿ ਹਾਂ ਅਸੀਂ ਸਹੀ ਦਿਸ਼ਾ 'ਚ ਹਾਂ। ਇਸ ਤੋਂ ਅਗਲਾ ਲੈਕਚਰ ਡਿਸਕ੍ਰਿਪਸ਼ਨ ਬਾਕਸ 'ਚ। ਅੱਜ ਲਈ ਇੰਨਾ ਹੀ ਬਹੁਤ ਆ। ਧੰਨਵਾਦ।